ਦੀਪ ਸਿੱਧੂ ਦੇ ਉੱਤੇ ਕੋਈ ਆਪਣਾ ਜੱਦੀ ਪੁਸ਼ਤੀ ਹੱਕ ਜਤਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਐਂ ਲੱਗਦਾ ਵੀ ਕੋਈ ਹੋਰ ਬੰਦਾ ਜਿਹੜਾ ਵਾ ਉਹ ਕੌਮ ਦੀ ਗੱਲ ਕਿਉਂ ਕਰੇ, ਅਸੀਂ ਕਰਨੀ ਹੈ। ਜਿਹੜਾ ਬੰਦਾ ਪੰਥ ਦੀ ਗੱਲ ਕਰੂਗਾ, ਜਿਹੜਾ ਬੰਦਾ ਨੰਗੇ ਧੜ ਦਿੱਲੀ ਦਾ ਵਿਰੋਧ ਕਰੂਗਾ, ਕੌਮ ਨੇ ਉਹਦੇ ਪਿੱਛੇ ਤੁਰ ਪੈਣਾ। ਜਿਹੜੇ ਵੀ ਚਾਹੁੰਦੇ ਨੇ ਕਿ ਸਾਡੇ ਪਿੱਛੇ ਕੌਮ ਤੁਰੇ, ਉਹ ਸੱਚ ਬੋਲਣਾ ਸ਼ੁਰੂ ਕਰ ਦੇਣ। ਕੌਮ ਕਿਸੇ ਨੂੰ ਪਿੱਠ ਨਹੀਂ ਵਿਖਾਉਂਦੀ, ਭਾਵੇਂ 10 ਤਰ੍ਹਾਂ ਬਣ ਜਾਣ, 10 ਪਿੱਛੇ ਤੁਰ ਪੈਣਾ। ਪਰ ਨੌਜਵਾਨਾਂ ਨੇ ਕਿਹਦੇ ਪਿੱਛੇ ਤੁਰਨਾ, ਇਹ ਨੌਜਵਾਨਾਂ ਨੂੰ ਖਰੀਦਿਆ ਅਤੇ ਸਿਖਾਇਆ ਨਹੀਂ ਜਾ ਸਕਦਾ। ਇਹ ਤਾਂ ਮਹਾਰਾਜ ਵੱਲੋਂ ਹੁਕਮ ਆਉਂਦਾ, ਜਿਹਦੇ ਪਿੱਛੇ ਤੁਰਦੇ ਨੇ। ਫਿਰ ਜਿੰਨਾ ਚਿਰ ਮੈਂ ਸੱਚ 'ਤੇ ਚੱਲੂੰਗਾ ਮੇਰੇ ਪਿੱਛੇ ਤੁਰਨਗੇ, ਨਹੀਂ ਤਾਂ ਮੇਰੇ ਕੋਈ ਚਾਚੇ ਤਾਏ ਜਾਂ ਭੂਆ ਦੇ ਪੁੱਤ ਤਾਂ ਹੈ ਨਹੀਂ ਗੇ ਵੀ ਕੱਲ੍ਹ ਨੂੰ ਜੇ ਮੈਂ ਝੂਠ 'ਤੇ ਤੁਰ ਪਿਆ ਜਾਂ ਮੈਂ ਸਿਧਾਂਤ ਤੋਂ ਭਟਕ ਗਿਆ ਅਤੇ ਮੇਰੇ ਪਿੱਛੇ ਤੁਰੇ ਜਾਣਗੇ। ਦੇਖੋ, ਨੌਜਵਾਨ ਹਮੇਸ਼ਾ ਹੀ ਉਸੇ ਜਗ੍ਹਾ 'ਤੇ ਖੜ੍ਹੇ ਨੇ। ਸਾਡੀ ਕੌਮ ਦੇ ਆਗੂ ਭਟਕਣਾ 'ਚ ਪੈ ਕੇ ਦੂਰ ਚਲੇ ਜਾਂਦੇ ਨੇ। ਸਾਨੂੰ ਇਹ ਜ਼ਰੂਰੀ ਚਾਹੀਦਾ ਵਾ ਵੀ ਅਸੀਂ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਪਹਿਲਾਂ ਤਾਂ ਗੱਲ ਲਾਈਏ, ਉਹਨਾਂ ਦੀ ਸੁਣੀਏ, ਕਿਉਂਕਿ ਉਹਨਾਂ ਦੇ ਅੰਦਰ ਬਹੁਤ ਕੁਛ ਭਰਿਆ ਪਿਆ ਜਿਹੜੇ ਸਾਡੇ ਆਗੂ ਸੁਣਦੇ ਨਹੀਂ। ਨਾਰਾਜ਼ਗੀ ਆਪਣਿਆਂ ਨਾਲ ਹੁੰਦੀ ਹੈ, ਸਟੇਟ ਆਪਣੀ ਨਹੀਂ। ਉਹ ਕੀ ਕਰਦੇ ਨੇ ਵੀ ਪਹਿਲਾਂ ਸਾਨੂੰ ਘਸਿਆਰੇ ਬਣਾਉਂਦੇ ਨੇ, ਪਹਿਲਾਂ ਸਾਨੂੰ ਭਿਖਾਰੀ ਬਣਾਉਂਦੇ ਨੇ, ਫਿਰ ਮਾੜੀ ਮੋਟੀ ਭੀਖ ਸਿੰਬੋਲਿਕ ਜਸਟਿਸ ਦੇ ਨਾਂ 'ਤੇ ਦੇ ਦਿੰਦੇ ਨੇ ਕਿ ਸਿੱਖਾਂ ਨੂੰ ਲੱਗਦਾ ਵੀ ਸਾਡੇ ਨਾਲ ਇਨਸਾਫ ਹੋ ਗਿਆ। ਇਸ ਹਕੂਮਤ ਦਾ ਇੱਕ ਜਿਹੜਾ ਨਿਸ਼ਚਾ ਹੈ ਕਿ ਸਿੱਖਾਂ ਦਾ ਖੁਰਾਕ-ਵਜ ਮਿਟਾਉਣਾ ਹੈ, ਸਿੱਖਾਂ ਨੂੰ ਅਸੀਂ ਸਿੱਖੀ ਤੋਂ ਤੋੜਨਾ ਹੈ। ਇੱਥੇ ਪੰਜਾਬ ਦੇ ਵਿੱਚ ਜਿਹੜੀ ਵੀ ਧਿਰ ਸਿੱਖੀ ਦੇ ਖਿਲਾਫ ਖੜੀ, ਉਹ ਮਤਲਬ ਸਟੇਟ ਦੇ ਹੱਕ 'ਚ ਖੜੀ ਹੈ, ਕਿਉਂਕਿ ਸਿਰਫ ਸਿੱਖੀ ਸਟੇਟ ਨੂੰ ਚੈਲੰਜ ਕਰ ਰਹੀ ਹੈ ਇੱਕ ਰਾਜ ਦੀ ਸਟੈਬਲਿਸ਼ਮੈਂਟ ਵਾਸਤੇ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜਦੋਂ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਦਰਪੇਸ਼ ਉਹ ਚੁਣੌਤੀਆਂ ਨੇ ਜਿਨ੍ਹਾਂ ਮਸਲਿਆਂ ਦਾ ਹੱਲ ਕਰਨ ਵਾਸਤੇ ਕਿਤੇ ਨਾ ਕਿਤੇ ਸੰਗਠਨ ਦੇ ਰੂਪ ਦੇ ਵਿੱਚ ਜਿਹੜੀਆਂ ਪੰਜਾਬ ਹਤੈਸ਼ੀ ਧਿਰਾਂ ਨੇ ਉਹਨਾਂ ਨੂੰ ਵਿਚਰਨ ਦੀ ਲੋੜ ਹੈ। ਬੜੀ ਸੁਹਿਰਦਗੀ ਦੇ ਨਾਲ ਪੰਜਾਬ ਦੇ ਤਮਾਮ ਮਸਲਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਪਰ ਕਿਸਾਨੀ ਅੰਦੋਲਨ ਦੇ ਦਰਮਿਆਨ ਇੱਕ ਆਸ ਦੀ ਕਿਰਨ ਜਾਗੀ ਸੀ। ਉਹ ਕੌਮੀ ਨਾਇਕ ਜਿਸ ਨੂੰ ਸਿੱਖ ਕੌਮ ਨੇ ਸ਼ਹੀਦ ਦਾ ਦਰਜਾ ਵੀ ਦਿੱਤਾ ਹੋਇਆ ਹੈ, ਦੀਪ ਸਿੱਧੂ ਦੀ ਗੱਲ ਕੀਤੀ ਜਾਂਦੀ ਸੀ। ਪਰ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਜਾਂ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇਹ ਭਾਵਨਾ ਸੀ ਕਿ ਨੌਜਵਾਨਾਂ ਦੀ ਅਗਵਾਈ ਕਰਨ ਵਾਸਤੇ ਕੁਝ ਇਸ ਤਰ੍ਹਾਂ ਦੇ ਸੁਹਿਰਦ ਨੌਜਵਾਨ ਅੱਗੇ ਆਉਣੇ ਚਾਹੀਦੇ ਹੈ, ਜਿਹੜੇ ਨੌਜਵਾਨਾਂ ਨੂੰ ਇੱਕ ਸੰਗਠਨ ਦੇ ਰੂਪ ਦੇ ਵਿੱਚ ਲੈ ਕੇ ਕੋਈ ਅਗਵਾਈ ਸੁਚੱਜਾ ਪ੍ਰੋਗਰਾਮ ਦੇ ਕੇ ਅੱਗੇ ਚੱਲ ਸਕਣ। ਤਾਂ ਅਜਿਹੇ ਦੇ ਵਿੱਚ ਦੁਬਈ ਦੇ ਵਿੱਚੋਂ ਹਾਲ ਦੇ ਵਿੱਚ ਪਰਤੇ ਸਰਦਾਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪੰਜਾਬ ਦੇ ਨਾਲ, ਪੰਥ ਦੇ ਨਾਲ ਸੰਬੰਧ ਰੱਖਦੇ ਹੋਏ ਕੁਝ ਮੁੱਖ ਸਵਾਲ ਵੀ ਨੇ, ਉਹਨਾਂ ਦੇ ਬਾਬਤ ਵੀ ਚਰਚਾ ਕਰਾਂਗੇ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਇਲਾਕੇ ਦੇ ਨਾਲ ਜੁੜੇ ਹੋ, ਜਿਸ ਇਲਾਕੇ ਦੇ ਵਿੱਚ ਜਨਮ ਹੋਇਆ, ਅੰਮ੍ਰਿਤਸਰ ਦਾ ਇਲਾਕਾ ਮੰਨਿਆ ਜਾਂਦਾ ਹੈ ਕਿ ਬਾਰਡਰ ਏਰੀਆ ਹੋਣ ਕਰਕੇ ਪਛੜਿਆ ਹੋਇਆ ਏਰੀਆ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਜਿਹੜੇ ਉੱਥੋਂ ਦੇ ਨੌਜਵਾਨ ਹੈ ਉਹ ਵਿਦਿਅਕ ਪੱਖ ਤੋਂ ਕਿਸ ਤਰੀਕੇ ਦੇ ਨਾਲ ਵਿਚਰਦੇ ਨੇ, ਔਰ ਤੁਹਾਡਾ ਜਿਹੜਾ ਇੱਕ ਪੰਥ ਬਾਰੇ ਜਾਂ ਪੰਜਾਬ ਬਾਰੇ ਇੱਕ ਵੱਖਰਾ ਨਜ਼ਰੀਆ ਆ, ਤਾਂ ਉਹਦਾ ਮੁੱਖ ਕਾਰਨ ਕੀ ਹੈ? ਦੇਖੋ, ਜਿਹੜਾ ਇਲਾਕਾ ਹੈ ਉਹ ਬਹੁਤਾ ਪਛੜਿਆ ਨਹੀਂ। ਹਾਂ, ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ 'ਚ ਸਾਡੇ ਲੋਕਾਂ ਦੀ ਰੁਚੀ ਘੱਟ ਹੈ। ਕਿਸੇ ਪੱਖ ਤੋਂ ਠੀਕ ਗੱਲ ਵੀ ਹੈ, ਕਿਸੇ ਪੱਖ ਤੋਂ ਚਲੋ ਗਲਤ ਵੀ ਹੈ। ਪਰ ਉੱਥੋਂ ਦੇ ਨੌਜਵਾਨਾਂ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਸਿੱਖੀ ਦਾ ਜਜ਼ਬਾ ਬਹੁਤ ਹੈ। ਇੱਕ ਤਾਂ ਖਾੜਕੂ ਸੰਘਰਸ਼ ਉੱਥੇ ਵਾਪਰਿਆ, ਦਰਬਾਰ ਸਾਹਿਬ ਦੇ ਨੇੜੇ ਹੋਣ ਕਰਕੇ ਮਾਝੇ ਦੇ ਲੋਕਾਂ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਭਾਵ ਹੈ। ਇਹ ਗੱਲ ਬਹੁਤ ਵੱਡੀ ਹੈ। ਇਹ ਗੱਲ ਕਿਸੇ ਦੁਨਿਆਵੀ ਵਿੱਦਿਆ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਸਾਡੇ ਪੰਜਾਬ ਵਾਸਤੇ ਜਾਂ ਸਿੱਖ ਕੌਮ ਵਾਸਤੇ। ਮੈਨੂੰ ਲੱਗਦਾ ਵੀ ਮੈਂ ਬਹੁਤ ਖੁਸ਼ਕਿਸਮਤ ਹਾਂ ਵੀ ਮੇਰਾ ਉਸ ਇਲਾਕੇ ਜਨਮ ਹੋਇਆ ਜਿੱਥੇ ਏਡੇ ਵੱਡੇ ਜੁਝਾਰੂ ਪੈਦਾ ਹੋਏ। ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਨਿੱਜੀ ਸਵਾਲ ਕਰਨਾ ਚਾਹਾਂਗਾ ਕਿ ਤੁਹਾਡਾ ਦੁਬਈ ਜਾਣ ਦਾ ਕਾਰਨ ਕੀ ਸੀ? ਕੋਈ ਨਿੱਜੀ ਸੀ, ਪਰਿਵਾਰਕ ਕਾਰਨ ਸੀ, ਆਰਥਿਕ ਤੌਰ 'ਤੇ ਸੀ, ਜਾਂ ਕੋਈ ਹੋਰ ਕਾਰਨ ਸੀਗਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ ਜਾਣ ਦਾ? ਨਹੀਂ, ਉੱਥੇ ਸਾਡਾ ਪਰਿਵਾਰਕ ਕਾਰੋਬਾਰ ਸੀ ਅਤੇ ਸੁਭਾਵਿਕ ਹੀ ਉੱਥੇ ਜਾਣ ਦਾ ਸਲਾਹ ਬਣ ਗਈ। ਕੋਈ ਖਾਸ ਨਿੱਜੀ ਜਾਂ ਆਰਥਿਕ ਕਾਰਨ ਐਸਾ ਕੋਈ ਨਹੀਂ ਸੀ। ਹੁਣ ਦੁਬਈ ਤੋਂ ਪਰਤ ਕੇ ਵਾਪਸ ਆਏ ਹੋ, ਛੁੱਟੀ ਕੱਟਣ ਵਾਸਤੇ ਆਏ ਹੋ, ਜਾਂ ਫਿਰ ਪਾਰਟੀ ਦਾ ਜਿਹੜਾ ਸਟਰਕਚਰ ਆ ਉਸ ਨੂੰ ਖੜਾ ਕਰਨ ਵਾਸਤੇ ਆਏ ਹੋ, ਜਾਂ ਫਿਰ ਵੱਡਾ ਕਾਰਨ ਇਹ ਹੈ ਕਿ ਜਿਹੜੀ ਜਥੇਬੰਦੀ ਦੀ ਅਗਵਾਈ ਜਿਹੜੇ ਨੌਜਵਾਨ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਬਾਹਰ ਤੋਂ ਦੁਬਈ ਦੇ ਵਿੱਚ ਲਾਈਵ ਹੁੰਦੇ ਨੇ, ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਨੇ, ਔਰ ਜਿਹੜੇ ਤਮਾਮ ਨੌਜਵਾਨਾਂ ਦੇ ਸਵਾਲੇ ਉਹਨਾਂ ਦੇ ਜਵਾਬ ਵੀ ਦਿੰਦੇ ਨੇ? ਅਗਲਾ ਪਲਾਨ ਕੀ ਹੈ ਤੁਹਾਡਾ? ਨਹੀਂ, ਦੇਖੋ, ਫਿਲਹਾਲ ਤਾਂ ਇੱਥੇ ਹੀ ਹੈ ਅਤੇ ਇੱਥੇ ਜਥੇਬੰਦੀ ਦੇ ਢਾਂਚੇ ਨੂੰ ਦਾ ਵਿਸਤਾਰ ਕੀਤਾ ਜਾਣਾ, ਉਹ ਕੰਮ ਕਰਨਾ।
ਜਥੇਬੰਦੀ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਪੂਰੇ ਕਰਨਾ। ਸੋ ਬਹੁਤ ਕੰਮ ਹੈ ਜਥੇਬੰਦੀ ਦਾ ਕਰਨ ਵਾਲਾ, ਉਹ ਕਰਾਂਗੇ ਤੇ ਇਹੋ ਹੀ ਕੰਮ ਹੈ ਅਗਲਾ ਪਲਾਨ ਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਹੀ। ਜੀ, ਜਦੋਂ ਤੁਸੀਂ ਵਿਦੇਸ਼ ਵਿੱਚ ਸੀ ਤਾਂ ਨੌਜਵਾਨ ਦੀਪ ਸਿੱਧੂ ਜਿਹੜੇ ਸਿੱਖਾਂ ਦੇ ਜਾਂ ਨੌਜਵਾਨਾਂ ਦੇ ਕੌਮੀ ਨਾਇਕ ਮੰਨੇ ਜਾਂਦੇ ਨੇ, ਉਹਨਾਂ ਦੀ ਐਕਸੀਡੈਂਟ ਦੇ ਵਿੱਚ ਜਾਨ ਚਲੇ ਜਾਂਦੀ ਹੈ, ਸੰਸਾਰ ਨੂੰ ਛੱਡ ਕੇ ਚਲੇ ਜਾਂਦੀ ਹੈ। ਬਹੁਤ ਮੰਦਭਾਗੀ ਘਟਨਾ ਸੀ, ਪਰ ਉਸ ਤੋਂ ਬਾਅਦ ਤੁਸੀਂ ਲਾਈਵ ਹੋ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਸੀ ਤਾਂ ਜਿਹੜੇ ਤੁਹਾਡੇ ਸਮਰਥਕ ਸੀ ਜਾਂ ਜਿਹੜੇ ਤੁਹਾਨੂੰ ਚਾਹਣ ਵਾਲੇ ਸੀ, ਉਹਨਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਅਮਰਤਪਾਲ ਸਿੰਘ ਦਾ ਬਾਹਰ ਰਹਿ ਕੇ ਹੀ ਨੌਜਵਾਨਾਂ ਦੀ ਅਗਵਾਈ ਕਰਨਾ ਇੱਕ ਬਹੁਤ ਵਧੀਆ ਫੈਸਲਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੀ ਅਗਵਾਈ ਭਾਰਤ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਕੀ ਲੱਗਦਾ ਤੁਸੀਂ ਉੱਥੇ ਰਹਿ ਕੇ ਸੁਰੱਖਿਅਤ ਸੀ ਜਾਂ ਫਿਰ ਇੱਥੇ ਲੈ ਕੇ ਹੁਣ ਜਿਹੜਾ ਨੌਜਵਾਨਾਂ ਦੀ ਅਗਵਾਈ ਕਰਨੀ ਹੈ ਜਿਹੜੀ ਉਹ ਅਸੰਭਵ ਹੈ? ਨਹੀਂ, ਦੇਖੋ ਇਹ ਫੈਸਲਾ ਨਾ ਤੇ ਕਿਸੇ ਦੇ ਦਬਾਅ 'ਚ ਲਿਆ ਹੈ, ਨਾ ਕੋਈ ਐਸਾ ਪ੍ਰਭਾਵ ਸੀ ਵੀ ਹੁਣ ਆਉਣਾ ਪੈਣਾ ਹੈ, ਜਾਂ ਇਹ ਮਹਾਰਾਜ ਦਾ ਫੈਸਲਾ ਹੁੰਦਾ। ਮਹਾਰਾਜ ਨੇ ਜੋ ਹੁਕਮ ਲਾਉਣਾ ਉਹ ਮੰਨਣਾ ਪੈਂਦਾ। ਉੱਥੇ ਰਹਿ ਕੇ ਵੀ ਵਧੀਆ ਚੱਲ ਰਿਹਾ ਸੀ, ਪਰ ਪੰਜਾਬ ਆ ਕੇ ਜਿਹੜਾ ਨੌਜਵਾਨਾਂ ਦੇ ਨਾਲ ਨਿੱਜੀ ਤੌਰ 'ਤੇ ਮਿਲਣਾ ਉਹ ਜ਼ਰੂਰੀ ਵੀ ਸੀ। ਸੋ ਇਸ ਕਰਕੇ ਫੈਸਲਾ ਲਿਆ ਵੀ ਇੱਥੇ ਆ ਕੇ ਹੁਣ ਅੱਗੇ ਦਾ ਕੰਮਕਾਜ ਕੀਤਾ ਜਾਊਗਾ। ਹਾਂ, ਮੁਸ਼ਕਲਾਂ ਇੱਥੇ ਵੱਖ ਨੇ, ਥੋੜ੍ਹੀਆਂ ਦਰਪੇਸ਼ ਆਉਂਦੀਆਂ ਨੇ, ਪਰ ਕੋਈ ਵੀ ਜਿਹੜਾ ਤੁਸੀਂ ਗੁਲਾਮ ਕੰਮਾਂ ਵਾਸਤੇ ਕੋਈ ਵੀ ਸੰਘਰਸ਼ ਆ ਉਹ ਰਿਸਕ ਫਰੀ ਨਹੀਂ ਹੁੰਦਾ, ਉਹਦੇ 'ਚ ਥੋੜ੍ਹੇ ਬਹੁਤੇ ਰਿਸਕ ਲੈਣੇ ਪੈਂਦੇ। ਨੌਜਵਾਨਾਂ ਦੇ ਨਾਲ ਨਿੱਜੀ ਤੌਰ 'ਤੇ ਵਿਚਰਦੇ ਹੋ, ਕੀ ਦੇਖਦੇ ਹੋ ਕਿ ਇੱਕ ਲੰਮਾ ਵੈਕੂਮ ਰਿਹਾ ਕਿ ਜਿਸ ਵਿੱਚ ਨੌਜਵਾਨਾਂ ਦੀ ਕੋਈ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਕੋਈ ਪੰਥਕ ਤੇ ਅਗਵਾਈ ਨਹੀਂ ਕਰ ਸਕੀ, ਤਾਂ ਜਿਹੜਾ ਅੱਜ ਦਾ ਨੌਜਵਾਨ ਹੈ ਕਿੱਥੇ ਦੇਖਦੇ, ਉਸ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਨੌਜਵਾਨ ਹਮੇਸ਼ਾ ਹੀ ਉਸੇ ਜਗ੍ਹਾ 'ਤੇ ਖੜੇ ਨੇ। ਸਾਡੀ ਕੌਮ ਦੇ ਆਗੂ ਭਟਕਣਾ 'ਚ ਪੈ ਕੇ ਦੂਰ ਚਲੇ ਜਾਂਦੇ ਨੇ। ਸਾਨੂੰ ਇਹ ਜ਼ਰੂਰੀ ਚਾਹੀਦਾ ਵਾ ਵੀ ਅਸੀਂ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਪਹਿਲਾਂ ਤੇ ਗੱਲ ਲਾਈਏ, ਉਹਨਾਂ ਦੀ ਸੁਣੀਏ, ਕਿਉਂਕਿ ਉਹਨਾਂ ਦੇ ਅੰਦਰ ਬਹੁਤ ਕੁਝ ਭਰਿਆ ਪਿਆ ਜਿਹੜੇ ਸਾਡੇ ਆਗੂ ਸੁਣਦੇ ਨਹੀਂ। ਤਾਂ ਕਰਕੇ ਨੌਜਵਾਨਾਂ ਵਿੱਚ ਆਗੂਆਂ ਪ੍ਰਤੀ ਇੱਕ ਬੇਵਿਸ਼ਵਾਸੀ ਦਾ ਜਿਹੜਾ ਆਲਮ ਹੈ, ਉਹਦਾ ਕਰਕੇ ਨੌਜਵਾਨ ਕਿਸੇ ਵੀ ਆਗੂ ਦੇ ਪਿੱਛੇ ਲੱਗਣ ਨੂੰ ਤਿਆਰ ਨਹੀਂ। ਪਰ ਨੌਜਵਾਨ ਫਰੇਬ ਕਰਨ ਵਾਲੇ ਨਹੀਂ ਹੁੰਦੇ, ਉਹ ਜਿਹਦੇ ਪਿੱਛੇ ਲੱਗਣ ਫਿਰ ਉਹ ਆਪਾ ਵਾਰਨ ਤੱਕ ਜਾਂਦੇ ਨੇ। ਸੋ ਇਸ ਕਰਕੇ ਜੇ ਤੁਸੀਂ ਆਪਣੇ ਹਿਰਦੇ 'ਚੋਂ ਗੱਲ ਕਰਦੇ ਜੋ, ਜੇ ਤੁਹਾਡੇ ਅੰਦਰ ਸੱਚ ਹੈ ਤੇ ਨੌਜਵਾਨ ਤੁਹਾਡੇ ਪਿੱਛੇ ਲੱਗਦੇ ਨੇ। ਜੇ ਤੁਹਾਡੇ ਅੰਦਰ ਸੱਚ ਨਹੀਂ, ਫਿਰ ਤੁਸੀਂ ਗੱਲਾਂ ਜਿਹੜੀਆਂ ਮਰਜ਼ੀ ਕਰੀ ਜਾਓ, ਫਿਰ ਨੌਜਵਾਨਾਂ ਨੂੰ ਪਤਾ ਲੱਗ ਜਾਂਦਾ, ਇਹ ਆਵਾਜ਼ ਉਹਨਾਂ ਨੂੰ ਹੋ ਜਾਂਦਾ। ਦੀਪ ਸਿੱਧੂ ਨੇ ਜਥੇਬੰਦੀ ਸ਼ੁਰੂ ਕੀਤੀ ਸੀ ਵਾਰਸ ਪੰਜਾਬ ਦੇ, ਤਾਂ ਦੀਪ ਸਿੱਧੂ ਇਸ ਸੰਸਾਰ ਤੋਂ ਚਲੇ ਜਾਂਦੇ ਆ। ਉਸ ਤੋਂ ਬਾਅਦ ਵਾਰਸ ਜਥੇਬੰਦੀ ਦੇ ਜਿਹੜੇ ਆਗੂ ਬਣਦੇ ਨੇ, ਕੁਝ ਪਰਿਵਾਰ ਦੇ ਵਿੱਚੋਂ ਹੁੰਦੇ ਨੇ, ਕੁਝ ਜਿਹੜੇ ਉਹਨਾਂ ਦੇ ਨਾਲ ਕੁਝ ਸਮਾਂ ਜਿਨ੍ਹਾਂ ਨੇ ਬਤੀਤ ਕੀਤਾ ਹੁੰਦਾ, ਉਹ ਅਗਵਾਈ ਕਰਦੇ ਨੇ। ਇੱਕ ਵੱਖਰਾ ਵੱਡਾ ਢਾਂਚਾ ਖੜਾ ਕੀਤਾ ਜਾਂਦਾ ਪੰਜਾਬ ਦੇ ਵਿੱਚ। ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਵਾਰਸ ਜਥੇਬੰਦੀ ਜਿਹੜਾ ਸ਼ੁਰੂ ਕੀਤੀ ਜਾਂਦੀ ਹੈ, ਪੰਜਾਬ ਦੇ ਹੱਕਾਂ ਦੇ ਵਾਸਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਵਾਰਤਾਲਾਪ ਕੀਤਾ ਜਾਂਦਾ। ਕੀ ਲੱਗਦਾ ਕਿ ਜਿਹੜੀਆਂ ਦੋ ਧਿਰਾਂ ਇੱਕ ਜਥੇਬੰਦੀ ਦੇ ਵਿੱਚੋਂ ਵੰਡੀਆਂ ਗਈਆਂ, ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਨਹੀਂ ਹੋਏਗਾ? ਨਹੀਂ, ਇਹਨੂੰ ਟਾਲਿਆ ਵੀ ਨਹੀਂ ਜਾ ਸਕਦਾ। ਕਈ ਵਾਰ ਇੱਕੇ ਜਥੇਬੰਦੀ 'ਚ ਕੰਮ ਕਰਨ ਵਾਲੇ ਬੰਦਿਆਂ ਦੇ ਮਕਸਦ ਵੱਖ-ਵੱਖ ਹੋ ਜਾਂਦੇ। ਉਹ ਇਤਿਹਾਸਿਕ ਤੌਰ 'ਤੇ ਬੜੀ ਵਾਰ ਹੋਇਆ, ਟਕਸਾਲਾਂ ਦੇ ਵਿੱਚ ਹੁੰਦਾ ਰਿਹਾ ਵੀ ਜਦੋਂ ਗੱਦੀ ਕਿਸੇ ਨੂੰ ਮਿਲਦੀ ਹੈ ਤਾਂ ਦੂਜਾ ਬੰਦਾ ਵੱਖਰੀ ਟਕਸਾਲ ਖੋਲ੍ਹ ਲੈਂਦਾ ਜਾ ਕੇ। ਸੋ ਇਹ ਆ ਵੀ ਇਹਨੂੰ ਟਾਲਿਆ ਨਹੀਂ ਜਾ ਸਕਦਾ, ਨਾ ਮੈਂ ਇਹਦੀ ਵਿਰੋਧਤਾ ਕਰਨੀ ਹੈ। ਮੈਂ ਤਾਂ ਇਹੋ ਕਹਿਣਾ ਵੀ ਸਮੇਂ ਨੇ ਸਾਰੇ ਨਖੇੜੇ ਕਰਨੇ ਹੁੰਦੇ ਨੇ। ਕੁਛ ਚੀਜ਼ਾਂ ਦੇ ਜਵਾਬ ਮੇਰੀ ਜ਼ੁਬਾਨ ਤੋਂ ਜੇ ਸੁਣੋਗੇ ਤਾਂ ਮੈਂ ਤਾਂ ਆਪਣੇ ਹੱਕ 'ਚ ਹੀ ਬੋਲੂੰਗਾ ਹੈ, ਅਤੇ ਉਹਦੇ ਨਾਲੋਂ ਚੰਗਾ ਵੀ ਆਪਾਂ ਸਮੇਂ 'ਤੇ ਛੱਡ ਦਈਏ ਗੱਲ। ਜਦੋਂ ਪ੍ਰਤੱਖ ਹੋ ਜਾਊਗਾ, ਸਮਾਂ ਸਾਰਿਆਂ ਨੂੰ ਪ੍ਰਤੱਖ ਕਰ ਦੂਗਾ, ਉਦੋਂ ਆਪੇ ਜਵਾਬ ਮਿਲ ਜੂਗਾ। ਉਹ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਵੀ ਕੌਣ ਸੱਚਾ ਕੌਣ ਝੂਠਾ। ਸਿਰ ਜੁੜ ਕੇ ਬੈਠਣ ਦੀ ਭਾਵਨਾ ਹੈ ਕਿ ਜਿਹੜੇ ਆਪਸੀ ਮਤਭੇਦ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਮਤਭੇਦ ਉਹੋ ਜਿਹੇ ਨਹੀਂ ਹੈਗੇ ਵੀ ਜਿਹੜੇ ਸਿਰ ਜੁੜ ਕੇ ਬੈਠਿਆਂ ਦੂਰ ਹੋ ਜਾਣ। ਬਹੁਤੇ ਮਤਭੇਦ ਨਿੱਜਤਾ 'ਚੋਂ ਨਿਕਲੇ ਨੇ ਅਤੇ ਨਿੱਜ ਪ੍ਰਸਤੀ ਕਰਕੇ ਪੈਦਾ ਹੋਏ ਨੇ। ਦੀਪ ਸਿੱਧੂ ਦੇ ਉੱਤੇ ਕੋਈ ਆਪਣਾ ਜੱਦੀ ਪੁਸ਼ਤੀ ਹੱਕ ਜਤਾਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਐਂ ਲੱਗਦਾ ਵੀ ਕੋਈ ਹੋਰ ਬੰਦਾ ਜਿਹੜਾ ਵਾ ਉਹ ਕੌਮ ਦੀ ਗੱਲ ਕਿਉਂ ਕਰੇ, ਅਸੀਂ ਕਰਨੀ ਹੈ। ਜੇ ਉਹਨਾਂ 'ਚ ਸਹਿਰਦਤਾ ਹੋਊਗੀ ਤਾਂ ਕੌਮ, ਮੈਂ ਕਿਹੜਾ ਕੌਮ ਨੂੰ ਬੈ ਲਿਖਾਇਆ ਜਾਂ ਮੈਂ ਕੋਈ ਕੌਮ ਨੂੰ ਕਰਜ਼ਾ ਦਿੱਤਾ ਹੈ ਵੀ ਜਿਹੜਾ ਇਹਨਾਂ ਨੇ ਮੇਰੇ ਪਿੱਛੇ ਲੱਗਣਾ। ਜਿਹੜਾ ਬੰਦਾ ਪੰਥ ਦੀ ਗੱਲ ਕਰੂਗਾ, ਜਿਹੜਾ ਬੰਦਾ ਨੰਗੇ ਧੜ ਦਿੱਲੀ ਦਾ ਵਿਰੋਧ ਕਰੂਗਾ, ਕੌਮ ਨੇ ਉਹਦੇ ਪਿੱਛੇ ਤੁਰ ਪੈਣਾ। ਜਿਹੜੇ ਵੀ ਚਾਹੁੰਦੇ ਨੇ ਵੀ ਸਾਡੇ ਪਿੱਛੇ ਕੌਮ ਤੁਰੇ, ਉਹ ਸੱਚ ਬੋਲਣਾ ਸ਼ੁਰੂ ਕਰ ਦੇਣ। ਕੌਮ ਕਿਸੇ ਪਿੱਠ ਨਹੀਂ ਵਿਖਾਉਂਦੀ, ਭਾਵੇਂ 10 ਤਰ੍ਹਾਂ ਬਣ ਜਾਣ, ਦਸਾਂ ਪਿੱਛੇ ਤੁਰ ਪੈਣਾ। ਕੌਮ ਦੇ ਵਿੱਚ ਲੰਬੇ ਸਮੇਂ ਤੋਂ ਵੀ ਆਗੂ ਨੇ ਜਿਨ੍ਹਾਂ ਨੇ ਕੇਵਲ ਆਪਣੀ ਪੂਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ, ਨੌਜਵਾਨਾਂ ਦੇ ਵਿੱਚ ਹੋਕਾ ਦਿੱਤਾ ਕਿ ਜਿਹੜੀਆਂ ਪੰਥ ਹਤੈਸ਼ੀ ਮੰਗਾਂ ਨੇ ਉਹਦੇ ਬਾਬਤ ਕਿਵੇਂ ਲੜਨਾ ਹੈ, ਹੋਕਾ ਦਿੰਦੇ ਰਹੇ। ਪਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਸੀ ਉਹਨਾਂ ਮਗਰ ਲੱਗ ਨਾ ਸਕੇ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੀਪ ਸਿੱਧੂ ਦੀ ਅਗਵਾਈ ਕਬੂਲੀ, ਮੌਜੂਦਾ ਦੌਰ ਦੇ ਵਿੱਚ ਤੁਹਾਡੇ ਮਗਰ ਲੱਗ ਕੇ ਚੱਲੇ ਹੋਏ ਨੇ। ਕੀ ਲੱਗਦਾ ਕਿ ਉਹਨਾਂ ਆਗੂਆਂ ਦੇ ਵਿੱਚ ਕਿਸ ਤਰ੍ਹਾਂ ਦੀ ਕਮੀ ਰਹਿ ਸਕੀ? ਕੀ ਵੈਕੂਅਮ ਕੀ ਰਿਹਾ?
ਨਹੀਂ, ਕਮੀ ਕੁਛ ਨਹੀਂ ਹੁੰਦੀ। ਬੰਦਾ ਆਪਣੇ ਜੋਗਾ ਕਰਦਾ ਹੈ ਜਿੰਨਾ ਉਹ ਮਹਾਰਾਜ ਨੇ ਸੇਵਾ ਲੈਣੀ ਹੈ। ਇਹ ਮਹਾਰਾਜ ਵੱਲੋਂ ਹੀ ਤੈਅ ਹੁੰਦਾ ਹੈ ਵੀ ਕਿਹਦੇ ਪਿੱਛੇ ਲੋਕਾਂ ਨੇ ਕਿੰਨਾ ਤੁਰਨਾ ਹੈ, ਕਿਹਦੇ ਪਿੱਛੇ ਨਹੀਂ ਤੁਰਨਾ। ਬੰਦੇ ਠੀਕ ਹੈ ਜਿੰਨਾ ਕੋਸ਼ਿਸ਼ ਕੀਤੀ ਸਰਤਾ ਨਾਲ, ਚੰਗੀ ਗੱਲ, ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੈ ਕੌਮ ਨੂੰ ਜਿਹੜੀ ਆਸ ਹੈ ਉਹਨੂੰ ਜਿਉਂਦੇ ਰੱਖਣ ਦੇ ਵਿੱਚ। ਪਰ ਨੌਜਵਾਨਾਂ ਨੇ ਕਿਹਦੇ ਪਿੱਛੇ ਤੁਰਨਾ, ਇਹ ਨੌਜਵਾਨਾਂ ਨੂੰ ਖਰੀਦਿਆ ਤੇ ਸਿਖਾਇਆ ਨਹੀਂ ਜਾ ਸਕਦਾ। ਇਹ ਤੇ ਮਹਾਰਾਜ ਵੱਲੋਂ ਹੁਕਮ ਆਉਂਦਾ, ਜਿਹਦੇ ਪਿੱਛੇ ਉਹ ਤੁਰਦੇ ਨੇ। ਫਿਰ ਇਹ ਨਾ ਤੇ ਮੈਂ ਕਿਸੇ ਨੂੰ ਕਿਹਾ ਵੀ ਮੇਰੇ ਪਿੱਛੇ ਤੁਰੋ, ਨਾ ਬਾਈ ਦੀਪ ਸਿੱਧੂ ਨੇ ਕਿਹਾ ਸੀ। ਉਹਨਾਂ ਨੇ ਤੇ ਸੱਚ ਵੇਖਣਾ। ਜੇ ਜਿੰਨਾ ਚਿਰ ਮੈਂ ਸੱਚ ਤੇ ਚੱਲੂੰਗਾ ਮੇਰੇ ਪਿੱਛੇ ਤੁਰਨਗੇ, ਨਹੀਂ ਤੇ ਮੇਰੇ ਕੋਈ ਚਾਚੇ ਤਾਏ ਜਾਂ ਭੂਆ ਦੇ ਪੁੱਤ ਤੇ ਹੈ ਨਹੀਂ ਗੇ ਵੀ ਕੱਲ੍ਹ ਨੂੰ ਜੇ ਮੈਂ ਝੂਠ ਤੇ ਤੁਰ ਪਿਆ ਜਾਂ ਮੈਂ ਸਿਧਾਂਤ ਤੋਂ ਭਟਕ ਗਿਆ ਤੇ ਮੇਰੇ ਪਿੱਛੇ ਤੁਰੇ ਰਹਿਣਗੇ, ਮੇਰਾ ਵਿਰੋਧ ਵੀ ਕਰਨਗੇ ਇੱਕ ਸਮੇਂ ਜੇ ਕਿਤੇ ਮੈਂ ਸਿਧਾਂਤ ਤੇ ਡੋਲਿਆ। ਜੀ, ਇੱਕ ਸਿਧਾਂਤ ਦੇ ਉੱਪਰ ਪਹਿਰਾ ਦੇਣ ਦੀ ਗੱਲ ਕੀਤੀ ਜਾਂਦੀ ਹੈ। ਦੀਪ ਸਿੱਧੂ ਵੀ ਗੱਲ ਕਰਦੇ ਸੀ ਕਿ ਨੌਜਵਾਨਾਂ ਦੇ ਵਿੱਚ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇਹ ਕਿਹੜੀ ਗੱਲ ਨੂੰ ਲੈ ਕੇ ਸਿਧਾਂਤ ਅਸਲ ਵਿੱਚ ਹੈ ਕੀ ਆ ਜਿਹਦੇ ਉੱਪਰ ਪਹਿਰਾ ਦੇਣ ਦੀ ਜ਼ਰੂਰਤ ਹੈ? ਦੇਖੋ, ਸਿਧਾਂਤ ਕੋਈ ਇੱਕ ਐਸੀ ਪ੍ਰਤੱਖ ਚੀਜ਼ ਨਹੀਂ। ਸਿਧਾਂਤ ਸੱਚ ਨੂੰ ਹੀ ਕਹਿੰਦੇ ਆ। ਹੁਣ ਜਦੋਂ ਕੌਮ ਗੁਲਾਮ ਹੋਵੇ ਤੇ ਸੱਚ ਜਿਹੜਾ ਹੈ ਉਹ ਇਹ ਹੈ, ਤੁਸੀਂ ਦੱਸੋ ਕੌਮ ਨੂੰ ਵੀ ਤੁਸੀਂ ਗੁਲਾਮ ਜੋ, ਤੇ ਆਜ਼ਾਦੀ ਜ਼ਰੂਰੀ ਹੈ। ਜਿਹੜਾ ਬੰਦਾ ਉਸ ਮੌਕੇ ਤੇ ਝੂਠ ਬੋਲੇ, ਕੌਮ ਨੂੰ ਭੁਲੇਖੇ 'ਚ ਰੱਖੇ, ਉਹ ਸਿਧਾਂਤ ਤੋਂ ਭਟਕਿਆ ਹੈ। ਜਿਹਨੇ ਸਿਧਾਂਤ ਤੇ ਚੱਲਣਾ ਉਹਨੂੰ ਸੱਚ ਬੋਲਣਾ ਪੈਣਾ। ਸਿਧਾਂਤ ਸੱਚ ਹੀ ਹੈ। ਝੂਠਾ ਬੰਦਾ ਜਿਹੜਾ ਵਾ ਉਸ ਗੈਰ ਸਿਧਾਂਤਕ ਹੁੰਦਾ ਹੈ। ਸੋ ਆਪਾਂ ਉਹੀ ਗੱਲ ਕਹਿੰਦੇ ਹਾਂ ਵੀ ਜਿਹੜੀ ਨੌਜਵਾਨਾਂ ਦੇ ਵਿੱਚ ਕਲੈਰਿਟੀ ਆਉਣੀ ਹੈ ਵਿਚਾਰਾਂ ਨੂੰ ਲੈ ਕੇ, ਸਪਸ਼ਟਤਾ ਹੈ ਜਿਹੜੀ, ਉਹ ਸੱਚ ਨਾਲ ਹੀ ਆ ਸਕਦੀ ਹੈ। ਸੋ ਇਸ ਕਰਕੇ ਸਿਧਾਂਤ ਸੱਚ ਹੀ ਹੈ। ਜੀ, ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋ, ਗੁਰੂ ਸਾਹਿਬ ਜੀ ਦਾ ਵੀ ਹੁਕਮ ਸੀ ਕਿ ਜਿਹੜਾ ਸਿੱਖ ਪੰਜ ਕਕਾਰਾਂ ਦਾ ਧਾਰਨੀ ਹੋਣਾ ਚਾਹੀਦਾ, ਖੰਡੇ ਬਾਟੇ ਦੀ ਪੌਲ ਲੈਣ ਵਾਲਾ ਹੋਣਾ ਚਾਹੀਦਾ। ਤੁਸੀਂ ਨੌਜਵਾਨਾਂ ਨੂੰ ਕਹਿੰਦੇ ਹੋ ਕਿ ਆਓ ਖੰਡੇ ਬਾਟੇ ਦੀ ਪੌਲ ਲਈਏ, ਸਿੰਘ ਸਜੀਏ। ਤਾਂ ਲੋਕਾਂ ਦਾ ਸਵਾਲ ਰਹਿੰਦਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਤਾਂ ਕਹਿੰਦੇ ਨੇ, ਪਰ ਆਪ ਕਦੋਂ ਖੰਡੇ ਬਾਟੇ ਦੀ ਪੌਲ ਲੈ ਰਹੇ ਨੇ? ਨਹੀਂ, ਮੈਂ ਤਾਂ ਕਲੀਅਰ ਕੀਤਾ ਵੀ ਨੌਜਵਾਨਾਂ ਦੇ ਨਾਲ ਹੀ ਛਕਣੀ ਹੈ। ਕੋਈ ਡੇਟ ਆਪਾਂ ਅਨਾਉਂਸ ਕਰਾਂਗੇ ਅਕਾਲ ਤਖਤ ਸਾਹਿਬ ਤੋਂ, ਜਿਹੜੀ ਉਹਨਾਂ ਦੀ ਰਾਏ ਕਰਕੇ ਉਹਨਾਂ ਦੇ ਨਾਲ, ਅਤੇ ਉਹ ਇੱਕ ਤਰੀਕ ਦੱਸਣਗੇ। ਉਸ ਦਿਨ ਨੌਜਵਾਨਾਂ ਦੇ ਨਾਲ ਜਥੇ ਦੇ ਰੂਪ 'ਚ ਖੰਡੇ ਬਾਟੇ ਦੀ ਪਹੁੰਚ ਸਕਣਗੇ। ਪਹਿਲਾਂ ਆਪ ਛਕਣਗੇ। ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਸਵਾਲ ਹੈ, ਉਹ ਕਹਿੰਦੇ ਕਿ ਜਿਹੜੇ ਪੰਜਾਬ ਦੇ ਹਾਲਾਤ ਹੈ ਉਹਨਾਂ ਨੂੰ ਤਬਦੀਲ ਕਰਨ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਇੱਕ ਬਲਿਊ ਪ੍ਰਿੰਟ ਕੀ ਹੋਣਾ ਚਾਹੀਦਾ? ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ, ਬਹੁਤ ਵੱਡਾ ਫਤਵਾ ਦਿੱਤਾ। ਉਹ ਵੀ ਜਿਹੜੇ ਦਾਅਵੇ ਕਰਦੀ ਸੀ ਉਹਨਾਂ ਦਾਅਵਿਆਂ ਦੇ ਉੱਪਰ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ। ਤਾਂ ਅੰਮ੍ਰਿਤਪਾਲ ਸਿੰਘ ਕੋਲ ਇਸ ਤਰ੍ਹਾਂ ਦਾ ਬਲਿਊ ਪ੍ਰਿੰਟ ਕੀ ਹੈ ਕਿ ਜਿਹੜੇ ਪੰਜਾਬ ਦੇ ਹਾਲਾਤਾਂ ਨੂੰ ਤਬਦੀਲ ਕੀਤਾ ਜਾ ਸਕਦਾ? ਐਸਾ ਕੋਈ ਬਲੂ ਪ੍ਰਿੰਟ ਨਹੀਂ ਹੁੰਦਾ। ਸੰਘਰਸ਼ ਕਰਨ ਵਾਲੀਆਂ ਕੌਮਾਂ ਦੇ ਕੋਲ ਨਕਸ਼ੇ ਨਹੀਂ ਬਣੇ ਹੁੰਦੇ ਵੀ ਉਹਨਾਂ ਕੀ ਕਰਨਾ। ਆਪਾਂ ਜਦੋਂ ਕਹਿੰਦੇ ਹਾਂ ਭਾਣੇ 'ਚ ਚੱਲਣਾ, ਹੁਕਮ 'ਚ ਰਹਿਣਾ, ਤੇ ਹੁਕਮ ਪਹਿਲਾਂ ਨਹੀਂ ਜਾਣਿਆ ਜਾ ਸਕਦਾ। ਸਾਡਾ ਕੰਮ ਹੈ ਸੱਚ ਦੇ ਪਹਿਰਾ ਦੇਣਾ, ਸਿਧਾਂਤ ਦੀ ਗੱਲ ਕਰਨੀ, ਦ੍ਰਿੜ ਹੋ ਕੇ ਬੋਲਣਾ, ਸੰਘਰਸ਼ ਕਰਨਾ, ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਨਾਲ ਜੋੜਨਾ। ਉਹ ਕੰਮ ਅਸੀਂ ਕਰਦੇ ਰਹਿਣਾ। ਉਹ ਸੰਘਰਸ਼ ਜਿਹੜਾ ਵਾ, ਜਿਹੜੀ ਰਾਜਨੀਤੀ ਦੀ ਆਪਾਂ ਗੱਲ ਕਰਦੇ ਹਾਂ, ਰਾਜਸੀ ਰਾਜਨੀਤੀ, ਇਹ ਜਦੋਂ ਤੁਸੀਂ ਧਰਮ ਦੇ ਰਾਹ 'ਤੇ ਚੱਲਦੇ ਜੋ ਪੈਰਾਂ 'ਚ ਆ ਕੇ ਡਿੱਗਦੀ ਹੈ। ਜੇ ਤੁਸੀਂ ਇਹਦੇ ਪਿੱਛੇ ਤੁਰ ਪਓ ਫਿਰ ਧਰਮ ਗਵਾਚ ਜਾਂਦਾ ਹੈ ਬੰਦੇ 'ਚੋਂ। ਸੋ ਆਪਾਂ ਧਰਮ ਦੇ ਰਾਹ 'ਤੇ ਤੁਰੀਏ, ਰਾਜਨੀਤੀ ਆਪਣੇ ਆਪ ਸਿੱਧੀ ਲੀਹ 'ਤੇ ਆ ਜਾਊਗੀ। ਸਿੱਖਾਂ ਦੀ ਇੱਕ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਮਾਨ ਸਾਹਿਬ ਅਗਵਾਈ ਕਰਦੇ ਨੇ ਲੰਬੇ ਸਮੇਂ ਤੋਂ, ਉਹ ਵੀ ਹਰ ਵਾਰ ਚੋਣਾਂ ਲੜਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਹੈ, ਕੀ ਮਾਨ ਸਾਹਿਬ ਦਾ ਸਾਥ ਦੇਵੇਗੀ ਜਾਂ ਫਿਰ ਚੋਣਾਂ ਵਾਸਤੇ ਕੋਈ ਨਾ ਕੋਈ ਆਪਣੀ ਆਈਡੀਓਲੋਜੀ ਘੜੀ ਜਾ ਸਕਦੀ? ਨਹੀਂ, ਇਲੈਕਟੋਰਲ ਪੋਲੀਟਿਕਸ ਜਥੇਬੰਦੀ ਨਹੀਂ ਜਾਊਗੀ ਕਦੇ ਵੀ, ਸਟੂਡੈਂਟ ਪੋਲੀਟਿਕਸ ਨੂੰ ਛੱਡ ਕੇ। ਉਹਦਾ ਕਿਉਂਕਿ ਡਿਫਰੈਂਟ ਇੱਕ ਸਟਰੀਮ ਹੈ ਸਾਰੀ ਉਹ। ਬਾਕੀ ਸਾਡੀ ਹਮਾਇਤ ਸ਼੍ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਨੂੰ ਹੈ, ਕਿਉਂਕਿ ਉਹ ਸੋਵਰਨਟੀ ਦੇ ਮੁੱਦੇ 'ਤੇ ਇਲੈਕਸ਼ਨ ਲੜਦੇ ਨੇ, ਅਤੇ ਜਿੰਨਾ ਚਿਰ ਉਹ ਸੋਵਰਨਟੀ ਦੇ ਮੁੱਦੇ 'ਤੇ ਸਿਧਾਂਤ 'ਤੇ ਕਾਇਮ ਰਹਿ ਕੇ ਲੜਦੇ ਰਹਿਣਗੇ, ਉਹਨਾਂ ਚਿਰ ਅਸੀਂ ਉਹਨਾਂ ਦੀ ਹਮਾਇਤ ਕਰਦੇ ਰਹਾਂਗੇ। ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਸ਼ਿਕਵਾ ਰਿਹਾ ਕਿ ਜਿਹੜੀ ਸਟੇਟ ਹੈ ਉਹਨੇ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਇਨਸਾਫ ਨਹੀਂ ਕੀਤਾ, ਚਾਹੇ ਉਹ ਪਾਣੀਆਂ ਦੀ ਗੱਲ ਹੋਵੇ, ਚਾਹੇ ਹੋਰ ਕੁਦਰਤੀ ਸਰੋਤਾਂ ਨੂੰ ਲੈ ਕੇ ਗੱਲ ਹੋਵੇ, ਚਾਹੇ ਇਨਸਾਫ ਦੀ ਗੱਲ ਹੋਵੇ। ਅਜੇ ਤੱਕ ਨਾ ਬੇਅਦਬੀਆਂ ਦਾ ਇਨਸਾਫ ਮਿਲਿਆ, ਨਾ ਜੋ 1984 ਦੇ ਵਿੱਚ ਵਾਪਰਿਆ। ਕਹਿਣ ਤੋਂ ਭਾਵ ਕਿ ਸਮੁੱਚੇ ਰੂਪ ਦੇ ਵਿੱਚ ਜੇ ਗੱਲ ਕਰੀਏ, ਪੰਜਾਬ ਦੇ ਨਾਲ ਵਧੇਰੇ ਵਧੀਕੀਆਂ ਹੋਈਆਂ, ਉਹਨਾਂ ਦਾ ਇਨਸਾਫ ਨਹੀਂ ਮਿਲ ਸਕਿਆ। ਤਾਂ ਸਟੇਟ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ? ਨਹੀਂ, ਨਾਰਾਜ਼ਗੀ ਆਪਣਿਆਂ ਨਾਲ ਹੁੰਦੀ ਹੈ, ਸਟੇਟ ਆਪਣੀ ਨਹੀਂ। ਜਿਨ੍ਹਾਂ ਦਾ ਕੰਮ ਜ਼ੁਲਮ ਕਰਨਾ ਹੈ, ਜਿਨ੍ਹਾਂ ਦਾ ਕੰਮ ਸਾਨੂੰ ਸਿੱਖੀ ਨਾਲੋਂ ਤੋੜਨਾ ਹੈ, ਜਿਨ੍ਹਾਂ ਦਾ ਕੰਮ ਸਿੱਖੀ ਦਾ ਕੁਝ ਮਿਟਾਉਣਾ ਹੈ, ਉਹਨਾਂ ਦਾ ਨਾਰਾਜ਼ਗੀ ਨਹੀਂ ਰੱਖੀ ਜਾ ਸਕਦੀ। ਉਹਨਾਂ ਦਾ ਤਾਂ ਵੈਰ ਵਿਰੋਧਤਾ ਹੀ ਹੋ ਸਕਦੀ ਹੈ। ਸੋ ਸਟੇਟ ਤਾਂ ਆਪਣਾ ਕੰਮ ਕਰ ਰਹੀ ਹੈ। ਸਿੱਖਾਂ ਨੂੰ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਇਨਸਾਫ ਨੂੰ ਲੈ ਕੇ। ਇਨਸਾਫ ਉਹ ਕੀ ਕਰਦੇ ਨੇ ਵੀ ਪਹਿਲਾਂ ਸਾਨੂੰ ਘਸਿਆਰੇ ਬਣਾਉਂਦੇ ਨੇ, ਪਹਿਲਾਂ ਸਾਨੂੰ ਭਿਖਾਰੀ ਬਣਾਉਂਦੇ ਨੇ, ਫਿਰ ਮਾੜੀ ਮੋਟੀ ਭੀਖ ਸਿੰਬੋਲਿਕ ਜਸਟਿਸ ਦੇ ਨਾਂ 'ਤੇ ਦੇ ਦਿੰਦੇ ਨੇ। ਅਤੇ ਸਿੱਖਾਂ ਨੂੰ ਲੱਗਦਾ ਵੀ ਸਾਡੇ ਨਾਲ ਇਨਸਾਫ ਹੋ ਗਿਆ। ਸਾਨੂੰ ਇਸ ਹਕੂਮਤ ਨੂੰ
ਤੇ ਮੁਗਲਾਂ ਦੀ ਹਕੂਮਤ ਨਾਲੋਂ ਤੇ ਅੰਗਰੇਜ਼ਾਂ ਦੀ ਹਕੂਮਤ ਨਾਲੋਂ ਵੱਖ ਕਰਕੇ ਨਹੀਂ ਵੇਖਣਾ ਚਾਹੀਦਾ। ਇਹ ਉਸੇ ਤਰ੍ਹਾਂ ਦੀ ਹਕੂਮਤ ਹੈ, ਇਹਨੇ ਸਾਡੇ 'ਤੇ ਜ਼ੁਲਮ ਕਰਨਾ, ਸਾਨੂੰ ਆਜ਼ਾਦੀ ਦੇ ਰਾਹ ਤੁਰਨਾ ਚਾਹੀਦਾ। ਇਸ ਹਕੂਮਤ ਦਾ ਇੱਕ ਜਿਹੜਾ ਨਿਸ਼ਚਾ ਹੈ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ, ਸਿੱਖਾਂ ਨੂੰ ਅਸੀਂ ਸਿੱਖੀ ਤੋਂ ਤੋੜਨਾ ਹੈ, ਉਹ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਇਹ ਕੋਈ ਸਾਡੇ ਮਿੱਤਰ ਨਹੀਂ ਹੈਗੇ, ਇਹ ਸਾਡੇ ਦੁਸ਼ਮਣ ਨੇ। ਇਸ ਗੱਲ ਦੀ ਤੁਸੀਂ ਤੇ ਸਮਝ ਰੱਖਦੇ ਹੋ, ਪਰ ਜੇ ਆਪਾਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਬੀਜੇਪੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਕਹਾਉਣ ਵਾਲੇ ਨੇ, ਜਥੇਦਾਰਾਂ ਦੀ ਵੀ ਗੱਲ ਕੀਤੀ ਜਾਂਦੀ ਹੈ। ਪਟਨਾ ਸਾਹਿਬ ਦੇ ਜਥੇਦਾਰ ਵੀ ਪਿਛਲੇ ਸਮੇਂ ਦੇ ਦਰਮਿਆਨ ਮੋਦੀ ਸਾਹਿਬ ਦੇ ਨਾਲ ਬੈਠਦੇ ਨੇ, ਉਹਨਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਨੇ ਲਗਾਤਾਰ, ਕਿ ਉਹ ਇਸ ਗੱਲ ਦੀ ਸਮਝ ਨਹੀਂ ਰੱਖਦੇ ਜਿਸ ਤਰੀਕੇ ਦੇ ਨਾਲ ਤੁਸੀਂ ਰੱਖਦੇ ਹੋ? ਨਹੀਂ, ਹੋ ਸਕਦਾ ਉਹਨਾਂ ਨੂੰ ਹੋਵੇ, ਪਰ ਕਈ ਵਾਰ ਤੁਹਾਡੀ ਸਮਝ ਤੇ ਤੁਹਾਡੀ ਸੋਚਤਾ ਦੇ ਉੱਤੇ ਜਿਹੜਾ ਦੁਨਿਆਵੀ ਲੋਭ ਲਾਲਚ ਹੈ, ਡਰ ਹੈ, ਭੈ ਹੈ, ਉਹ ਭਾਰੀ ਪੈ ਜਾਂਦਾ, ਵਿਕਾਰ ਭਾਰੀ ਪੈ ਜਾਂਦੇ ਨੇ, ਤੇ ਫਿਰ ਉਹ ਬੰਦੇ ਫਿਰ ਵਿਕਾਰਾਂ 'ਚੋਂ ਫੈਸਲਾ ਕਰਦੇ ਨੇ। ਜਿਹੜਾ ਬੰਦਾ ਵਿਕਾਰਾਂ 'ਚ ਫੈਸਲਾ ਕਰੂਗਾ ਉਹ ਇਹੋ ਜਿਹੇ ਫੈਸਲੇ ਕਰਦਾ। ਉਹ ਰਾਜਿਆਂ ਮਹਾਰਾਜਿਆਂ ਨਾਲ ਬੈਠਦੇ ਰਹੇ ਨੇ, ਪਹਿਲਾਂ ਵੀ ਸਿੱਖ ਐਸੇ ਹੈਗੇ ਸੀ ਜਿਹੜੇ ਹਕੂਮਤ ਨਾਲ ਸਮਝੌਤੇ ਕਰਦੇ ਰਹੇ ਨੇ। ਉਹਨਾਂ ਦੇ ਕਰਨਾ ਨਾ ਕਰਨਾ ਕੋਈ ਫਰਕ ਨਹੀਂ ਪੈਂਦਾ, ਜਿਨ੍ਹਾਂ ਨੇ ਸੰਘਰਸ਼ ਕਰਨਾ ਉਹਨਾਂ ਕਰੀ ਜਾਣਾ। ਇਹ ਮੰਨਿਆ ਜਾਂਦਾ ਕਿ ਕੇਂਦਰ ਦੇ ਨਾਲ ਪੰਜਾਬ ਦੇ ਸਿੱਖਾਂ ਦੀ ਟੱਕਰ ਹੈ, ਉਸ ਦੇ ਕੋਲੋਂ ਹੱਕ ਲੈਣ ਵਾਸਤੇ ਲੰਬੇ ਸਮੇਂ ਤੋਂ ਸੰਘਰਸ਼ ਚੱਲਦੇ ਆਏ ਨੇ। ਪਿਛਲੇ ਸਮੇਂ ਦੇ ਦਰਮਿਆਨ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਵੀ ਜਿਹੜਾ 1 ਸਾਲ ਤੋਂ ਵਧੇਰੇ ਸਮਾਂ ਬਤੀਤ ਕਰਵਾ ਦਿੱਤਾ। ਤਾਂ ਕੀ ਲੱਗਦਾ ਕਿ ਇੱਕ ਕਹਿ ਸਕਦੇ ਹਾਂ ਕਿ ਆਪਸੀ ਤਕਰਾਰ ਆ ਆਪਸ ਦੇ ਵਿੱਚ, ਜੇ ਗੱਲ ਕਰੀਏ ਕਾਮਰੇਡ ਵਿਚਾਰਧਾਰਾ ਦਾ ਔਰ ਸਿੱਖ ਵਿਚਾਰਧਾਰਾ ਦਾ, ਕੀ ਲੱਗਦਾ ਕਿ ਉਹਨਾਂ ਦੇ ਨਾਲ ਰਲ ਕੇ ਕੇਂਦਰ ਦੇ ਉੱਪਰ ਦਬਾਅ ਬਣਾ ਕੇ ਜਿਹੜੇ ਪੰਜਾਬ ਦੇ ਨਾਲ ਲਗਾਤਾਰ ਵਧੀਕੀਆਂ ਹੋ ਰਹੀਆਂ ਨੇ, ਸਿੱਖ ਵਿਚਾਰਧਾਰਾ ਦੇ ਨਾਲ ਟਕਰਾਓ ਕਰਨ ਵਾਲੀ ਕਾਮਰੇਡੀ ਵਿਚਾਰਧਾਰਾ ਇੱਕ ਜਗ੍ਹਾ ਦੇ ਉੱਪਰ ਇਕੱਤਰ ਹੋ ਸਕਦੀ ਹੈ ਸਿੱਖਾਂ ਦੇ ਨਾਲ? ਨਹੀਂ, ਉਹ ਸਾਨੂੰ ਭੁਲੇਖਾ ਤਾਂ ਪੈਂਦਾ ਹੈ ਵੀ ਅਸੀਂ ਜਦੋਂ ਲੈਫਟ ਨੂੰ ਦੇਖਦੇ ਹਾਂ, ਕਮਿਊਨਿਸਟ ਜਿਹੜੀ ਵਿਚਾਰਧਾਰਾ ਹੈ ਜਾਂ ਮਾਰਕਸਿਸਟ ਵਿਚਾਰਧਾਰਾ ਹੈ, ਅਸੀਂ ਇਹਨੂੰ ਇੰਟਰਨੈਸ਼ਨਲ ਕੰਟੈਕਸਟ 'ਚ ਦੇਖਦੇ ਹਾਂ, ਜਿੱਥੇ ਉਹ ਕਈ ਥਾਵਾਂ ਦੇ ਉੱਤੇ ਮਤਲਬ ਹਕੂਮਤਾਂ ਨਾਲ ਲੜ ਰਹੀ ਹੈ। ਪੰਜਾਬ ਤੋਂ ਬਾਹਰ ਵੀ ਹੈਗੇ ਨੇ ਮਾਓਵਾਦੀ ਧਿਰਾਂ ਜਿਹੜੀਆਂ ਸਟੇਟ ਨਾਲ ਟੱਕਰ 'ਚ ਨੇ, ਪਰ ਪੰਜਾਬ ਦਾ ਲੈਫਟ ਤੇ ਪੰਜਾਬ ਦੇ ਕਮਿਊਨਿਸਟ ਮਾਰਕਸਿਸਟ ਜਿਹੜੇ ਨੇ ਉਹ ਸਟੇਟ ਦੇ ਟੂਲ ਨੇ। ਇੱਥੇ ਪੰਜਾਬ ਦੇ ਵਿੱਚ ਜਿਹੜੀ ਵੀ ਧਿਰ ਸਿੱਖੀ ਦੇ ਖਿਲਾਫ ਖੜੀ, ਉਹ ਮਤਲਬ ਸਟੇਟ ਦੇ ਹੱਕ 'ਚ ਖੜੀ ਹੈ, ਕਿਉਂਕਿ ਸਿਰਫ ਸਿੱਖੀ ਸਟੇਟ ਨੂੰ ਚੈਲੰਜ ਕਰ ਰਹੀ ਹੈ ਇੱਕ ਰਾਜ ਦੀ ਸਟੈਬਲਿਸ਼ਮੈਂਟ ਵਾਸਤੇ। ਦੂਜੀਆਂ ਧਿਰਾਂ ਜਦੋਂ ਵਿਰੋਧ 'ਚ ਖੜੀਆਂ ਹੁੰਦੀਆਂ ਨੇ, ਇਹਦਾ ਭਾਵ ਜਿਹੜਾ ਲੈਫਟ ਦੁਨੀਆ 'ਤੇ ਕਹਿੰਦਾ ਵੀ ਚੇਂਜ ਲਿਆਉਣਾ ਚਾਹੀਦਾ, ਉਹ ਲੈਫਟ ਪੰਜਾਬ 'ਚ ਆਣ ਕੇ ਸਿੱਖਾਂ ਦੇ ਵਿਰੋਧ 'ਚ ਖੜਦਾ, ਜਿਹੜੇ ਸਿੱਖ ਚੇਂਜ ਲਿਆਉਣ ਦੀ ਪੋਟੈਂਸ਼ੀਅਲ ਰੱਖਦੇ ਆ। ਇੱਕ ਪਾਸੇ ਉਹ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ, ਦੂਜੇ ਪਾਸੇ ਉਹ ਕਹਿੰਦੇ ਨੇ ਵੀ ਖਾਲਸੇ ਦਾ ਰਾਜ ਨਹੀਂ ਹੋਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ। ਸੋ ਉਹ ਕੰਟਰਾਡਿਕਟਰੀ ਵੀ ਨੇ, ਆਪਣੇ ਬਿਆਨਾਂ ਦੇ ਉਲਟ ਚੱਲਣ ਵਾਲੇ ਲੋਕ ਵੀ ਨੇ, ਤੇ ਦੂਜੀ ਗੱਲ ਉਹ ਪ੍ਰਤੱਖ ਰੂਪ 'ਚ ਸਰਕਾਰੀ ਏਜੰਸੀਆਂ ਦੇ ਟਾਊਟ ਵੀ ਰਹੇ ਨੇ। ਆਪਾਂ ਨੂੰ ਪਤਾ ਹੈ ਵੀ ਉਹਨਾਂ ਨੇ ਉਹ ਕੰਮ ਕੀਤੇ ਨੇ, ਪਰ ਉਹ ਮੰਨਦੇ ਨਹੀਂ ਇਸ ਗੱਲ ਨੂੰ ਵੀ ਅਸੀਂ ਸਿੱਖ ਨੌਜਵਾਨਾਂ ਦੀਆਂ ਮੁਖਬਰੀਆਂ ਵੀ ਕਰਦੇ ਰਹੇ, ਸਰਕਾਰ ਕੋਲ ਹਥਿਆਰ ਲੈ ਕੇ ਵੀ ਲੜਦੇ ਰਹੇ। ਸੋ ਇਹ ਇਕੱਠੇ ਹੋਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਇੰਨਾ ਵਾ ਵੀ ਸਾਨੂੰ ਵੱਧ ਤੋਂ ਵੱਧ ਇਹਨਾਂ ਧਿਰਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਵੀ ਇਹ ਸਿੱਖ ਸਟਰਗਲ ਨੂੰ ਨੁਕਸਾਨ ਹੀ ਪਹੁੰਚਾਉਂਦੇ ਆਏ ਨੇ ਤੇ ਇਹਨਾਂ ਪਹੁੰਚਾਉਣਾ ਅੱਗੇ ਵੀ। ਕਿ ਇਸ ਗੱਲ ਨੂੰ ਜਿਹੜੇ ਪਿੰਡਾਂ ਦੇ ਵਿੱਚ ਵਸਣ ਵਾਲੇ ਸਿੱਖ ਭਾਈਚਾਰੇ ਨੇ ਉਹ ਸਮਝਦੇ ਨਹੀਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੰਨਦੇ ਹੋ ਕਿ ਉਹਨਾਂ ਨੇ ਬਹੁਤ ਵੱਡਾ ਇੱਕ ਤਰ੍ਹਾਂ ਦੇ ਨਾਲ ਸਰਕਾਰ ਦਾ ਪੱਖ ਪੂਰਿਆ ਖਾੜਕੂਵਾਦ ਦੇ ਸਮੇਂ ਵੀ, ਤਾਂ ਇਸ ਗੱਲ ਨੂੰ ਉਹ ਜਾਣਨ ਵਾਸਤੇ ਕਿਉਂ ਤਿਆਰ ਨਹੀਂ? ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਆਪਣਾ ਪਾਰਟੀ ਦੇ ਵੱਡੇ ਵੱਡੇ ਕੇਡਰ ਖੜੇ ਕੀਤੇ ਜਾ ਰਹੇ ਸਿੱਖਾਂ ਦੇ ਸਿਰਾਂ ਦੇ ਉੱਪਰ। ਇਹ ਮਾਲਵੇ ਵੱਲ ਜ਼ਿਆਦਾ ਜ਼ੋਰ ਹੈ, ਸਾਡੇ ਵੱਲ ਨਹੀਂ ਹੈਗੇ। ਕਾਮਰੇਡ ਬਹੁਤ ਘੱਟ ਨੇ ਸਾਡੇ ਵੱਲ ਧਰਮ ਦਾ ਪ੍ਰਚਾਰ ਜ਼ਿਆਦਾ ਹੈ, ਸਾਡੇ ਵੱਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਘੱਟ ਨੇ। ਸੋ ਜਿੱਥੇ ਜਿੱਥੇ ਯੂਨੀਅਨ ਸਿਸਟਮ ਜਾਂ ਦੂਜਾ ਗਿਆ ਹੈ, ਉੱਥੇ ਉੱਥੇ ਮਾਯੂਸੀ ਅਤੇ ਧਰਮ ਦੀ ਵਿਰੋਧਤਾ ਹੋਈ ਹੈ, ਉੱਥੇ ਉੱਥੇ ਬਹੁਤ ਕੁਛ ਨੁਕਸਾਨਦੇਹ ਵਾਪਰਿਆ। ਸਾਡੇ ਵੱਲ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਦਾ ਪ੍ਰਭਾਵ ਹੈ ਨਹੀਂ ਗਾ। ਪਰ ਹਾਂ, ਇਹ ਆ ਮਾਲਵੇ ਦੇ ਵਿੱਚ ਵੀ ਹੁਣੇ ਜ਼ਿਆਦਾ ਲੰਮਾ ਸਮਾਂ ਨਹੀਂ ਟਿਕ ਸਕਦੇ। ਲੋਕਾਂ ਦੀ ਨਜ਼ਰ ਦੇ ਵਿੱਚ ਕਿਸਾਨੀ ਮੋਰਚੇ 'ਚ ਐਕਸਪੋਜ਼ ਹੋ ਚੁੱਕੇ ਆ। ਇਹਨਾਂ ਨੇ ਜੋ ਕੁਛ ਕੀਤਾ ਉੱਥੇ ਪਾਵਰ ਦਾ ਮਿਸਯੂਜ਼, ਕਿਉਂਕਿ ਇਹਨਾਂ ਕੋਲ ਨੈਗੋਸ਼ੀਏਸ਼ਨ ਦੀ ਪਾਵਰ ਸੀ, ਸਟੇਜਾਂ ਆ ਗਈਆਂ ਇਹਨਾਂ ਦੇ ਕੋਲ ਨੌਜਵਾਨਾਂ ਦੇ ਸਿਰ ਦੇ ਉੱਤੇ, ਉਹਦੀ ਜਿਹੜੀ ਦੁਰਵਰਤੋਂ ਇਹਨਾਂ ਸਿੱਖਾਂ ਦੇ ਵਿਰੋਧ 'ਚ ਕੀਤੀ ਹੈ, ਉਹਦੇ ਨਾਲ ਬਹੁਤ ਹੱਦ ਤੱਕ ਲੋਕਾਂ ਨੂੰ ਚਾਨਣ ਹੋ ਗਿਆ। ਪਰ ਜਿਹੜੇ ਸਟਰਕਚਰਸ ਹੁੰਦੇ ਆ ਨਾ ਬਣੇ ਬਣਾਏ, ਉਹਨੂੰ ਢਹਿਣ ਲੱਗਿਆ ਟਾਈਮ ਲੱਗਦਾ। ਸੋ ਇਹ ਹੌਲੀ ਹੌਲੀ ਪੰਜਾਬ 'ਚੋਂ ਕਾਮਰੇਡ ਵੈਸੇ ਹੀ ਖਤਮ ਹੋ ਜਾਣਗੇ। ਪੰਜਾਬ ਦੇ ਹੱਕਾਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਸਿੱਖਾਂ ਦੀਆਂ ਸਿਰਾਂ ਦੀਆਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਪਰ ਇੱਕ ਬੜੀ ਚਿੰਤਾਜਨਕ ਗੱਲ ਹੈ ਕਿ ਜਿਸ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਕਿਹਾ ਜਾਂਦਾ ਸੀ, ਉਹ ਅਕਾਲੀ ਦਲ ਅੱਜ ਬੇਅਦਬੀ ਦੇ ਵਿੱਚ ਔਰ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ। ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਨਹੀਂ, ਜਦੋਂ ਕੋਈ ਜਥੇਬੰਦੀ ਹੋਂਦ 'ਚ ਆਉਂਦੀ ਹੈ, ਉਹ ਇੱਕ ਵੱਖਰੇ ਸੰਘਰਸ਼ੀ ਲੋਕਾਂ ਦੀ ਦੇਣ ਹੁੰਦੀ ਹੈ। ਬਾਅਦ 'ਚ ਉਹਦੇ 'ਚ ਕੋਈ ਬੰਦੇ ਜਿਹੜੇ ਆ ਕਾਬਜ਼ ਹੋ ਜਾਣ, ਕੋਈ ਪਰਿਵਾਰਵਾਦ ਆ ਜੇ, ਜੇ ਕੋਈ ਪਰਿਵਾਰ ਆਪਣਾ ਦਾਅਵਾ ਮੰਨ ਕੇ ਬਹਿ ਜਾਵੇ ਉਸ ਗੱਲ ਦੇ ਉੱਤੇ, ਅਤੇ ਉਹਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਹੈ। ਸੋ ਇਸ ਕਰਕੇ ਅਕਾਲੀ ਦਲ ਤੇ ਇੱਕ ਬੜੀ ਸੰਘਰਸ਼ੀ ਪਾਰਟੀ ਸੀ, ਪਰ ਜਿਹੜੇ ਬਾਅਦ 'ਚ ਬੰਦੇ ਆਏ ਉਹਨਾਂ ਨੇ ਉਹਦਾ ਨੁਕਸਾਨ ਕੀਤਾ ਹੈ। ਇਹ
ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜੀ ਸਟੇਟ ਦੇ ਪਿੱਛੇ ਲੱਗ ਕੇ ਉਹਨਾਂ ਨੇ ਸਭ ਕੁਝ ਕੀਤਾ ਸੀ, ਅੱਜ ਉਹੀ ਸਟੇਟ ਸਿੱਖਾਂ ਨੂੰ ਸ਼ਾਇਦ ਖੁਸ਼ ਕਰਨ ਵਾਸਤੇ ਇਹਨਾਂ ਨੂੰ ਨਾਮਜ਼ਦ ਵੀ ਕਰੇ, ਉਹ ਸੱਦਾ ਫੜ ਕੇ ਅੰਦਰ ਵੀ ਦੇ ਦੇਵੇ ਕਿਤੇ ਮਾੜੇ ਚੰਗੇ ਸਮੇਂ 'ਚ। ਸੋ ਕਿ ਹਰ ਇੱਕ ਸਿੱਖ ਨੂੰ ਸੋਚਣਾ ਚਾਹੀਦਾ ਵੀ ਜੇ ਹਿੰਦੁਸਤਾਨ ਹਕੂਮਤ ਦੇ ਤੁਸੀਂ ਟੂਲ ਬਣ ਕੇ ਚੱਲੋਗੇ ਅਤੇ ਸਿੱਖਾਂ ਦੇ ਵਿਰੋਧ 'ਚ ਭੁਗਤੋਗੇ, ਆਪਣੀ ਕੌਮ ਦੇ ਵਿਰੋਧ ਹੱਥ ਠੋਕੇ ਬਣੋਗੇ, ਅਤੇ ਉਹਦਾ ਅੰਦਰ ਤੁਹਾਨੂੰ ਵੀ ਨਤੀਜਾ ਭੁਗਤਣਾ ਪਊਗਾ। ਸਟੇਟ ਵੀ ਤੁਹਾਡੀ ਮਿੱਤ ਨਹੀਂ ਬਣ ਸਕਦੀ, ਸਿੱਖਾਂ ਦਾ ਵੀ ਚੋਂ ਆਧਾਰ ਤੁਸੀਂ ਆਪਣਾ ਗਵਾ ਲਓਗੇ। ਸਿੱਖਾਂ ਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ, ਜਾਤ ਪਾਤ ਦਾ ਖੰਡਨ ਕੀਤਾ ਸੀ। ਪਰ ਮੌਜੂਦਾ ਸਮੇਂ ਦੇ ਵਿੱਚ ਕੁਝ ਅਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਸਿੱਖ ਧਿਰਾਂ ਨੂੰ ਆਪਸ ਦੇ ਵਿੱਚ ਵੰਡਦੀਆਂ ਨਜ਼ਰ ਆਉਂਦੀਆਂ ਨੇ। ਖੰਡੇ ਬਾਟੇ ਦੀ ਪਹੁਲ ਦੀ ਗੱਲ ਕੀਤੀ ਜਾਂਦੀ ਹੈ, ਵੱਖੋ ਵੱਖਰੇ ਬਾਟੇ ਤਿਆਰ ਕੀਤੇ ਜਾਂਦੇ। ਕਿਤੇ ਲੱਗਦਾ ਨਹੀਂ ਕਿ ਜਦੋਂ ਇਸ ਤਰੀਕੇ ਦੇ ਨਾਲ ਵਰਤਾਓ ਹੋਵੇਗਾ ਤਾਂ ਉਹ ਜਿਹੜੀਆਂ ਪਛੜੀਆਂ ਹੋਈਆਂ ਧਿਰਾਂ ਜਿਨ੍ਹਾਂ ਨੂੰ ਦਲਿਤ ਸਮਾਜ ਕਹਿੰਦੇ ਨੇ ਜਿਹੜੇ ਭਾਰਤ ਦੇ ਲੋਕ, ਤਾਂ ਉਹ ਕੋਈ ਸਿਰਸੇ ਵਾਲੇ ਦੇ ਡੇਰੇ ਜਾਵੇਗਾ, ਕੋਈ ਈਸਾਈਆਂ ਦਾ ਧਾਰਨੀ ਹੋ ਜਾਊਗਾ। ਨਹੀਂ, ਦੇਖੋ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਹੈ। ਉੱਥੋਂ ਜਿਹੜੇ ਸਿੰਘ ਅੰਮ੍ਰਿਤ ਛਕਦੇ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਬਹੁਤ ਜਿਹੜੇ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਜੇ ਕਿਸੇ ਡੇਰੇ 'ਚ ਹੁੰਦਾ ਹੈ ਤਾਂ ਉਹਦਾ ਅਸੀਂ ਵਿਰੋਧ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਇਸ ਗੱਲ ਨੂੰ ਪ੍ਰਾਪੋਗੰਡਾ ਨਾ ਬਣਾਇਆ ਜਾਵੇ, ਕਿਉਂਕਿ ਜਿਹੜੀ ਐਂਟੀ SC ਵਾਇਲੈਂਸ ਹੈ, ਸ਼ਡਿਊਲ ਕਾਸਟ ਦੇ ਅਗੇਂਸਟ ਵਾਇਲੈਂਸ ਹੈ, ਉਹ ਪੰਜਾਬ 'ਚ ਲੋਐਸਟ 'ਤੇ ਹੈ, ਰਾਜਸਥਾਨ ਯੂਪੀ ਇਹਨਾਂ ਇਲਾਕਿਆਂ 'ਚ ਹਾਈਐਸਟ 'ਤੇ ਹੈ। ਪਰ ਜਿਹੜਾ ਸਾਰਾ ਲੈਫਟ ਦਾ ਜ਼ੋਰ ਲੱਗਾ ਪੰਜਾਬ ਨੂੰ ਕਾਸਟ ਸਾਬਿਤ ਕਰਨ 'ਤੇ ਲੱਗਾ ਹੋਇਆ। ਇੱਕ ਇਹ ਪ੍ਰਾਪੋਗੰਡੇ ਤੋਂ ਵੀ ਬਚਣਾ, ਪਰ ਰਿਐਲਿਟੀ ਤੋਂ ਵੀ ਮੁਨਕਰ ਨਹੀਂ ਹੋਣਾ ਵੀ ਇੱਥੇ ਕੁਛ ਤਰ੍ਹਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਜਾਤ ਪਾਤ ਮੰਨਦੀਆਂ ਨੇ, ਜਿਹੜੀਆਂ ਜਾਤ ਪਾਤ ਦਾ ਵਿਤਕਰਾ ਮੰਨਦੀਆਂ ਨੇ। ਹੁਣ ਉਹਨਾਂ ਧਿਰਾਂ ਨੂੰ ਸਾਡੀ ਤਾਂ ਇਹੋ ਬੇਨਤੀ ਆ ਵੀ ਮਹਾਰਾਜ ਨੇ ਜਦੋਂ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਹੈ, ਉਹਨਾਂ ਸਭ ਜਾਤਾਂ ਨੂੰ ਸੱਦਾ ਦਿੱਤਾ ਹੈ। ਕੁਛ ਰਾਜਪੂਤ ਰਾਜਿਆਂ ਨੇ ਮਨਾ ਕਰ ਦਿੱਤਾ ਸੀ ਵੀ ਅਸੀਂ ਇਹਨਾਂ ਨੀਵੇਂ ਲੋਕਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ ਇੱਕੇ ਬਾਟੇ 'ਚ, ਇਹਨਾਂ ਦੀ ਝੂਠ। ਮਹਾਰਾਜ ਨੇ ਉਦੋਂ ਬਚਨ ਕੀਤੇ ਸੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਵੀ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਊਂਗਾ, ਤੁਹਾਨੂੰ ਪਾਤਸ਼ਾਹੀ ਫਿਰ ਕਾਹਤੋਂ ਦੇਵਾਂ ਮੈਂ? ਜੇ ਤੁਸੀਂ ਆਪਣੀ ਜਾਤ ਦਾ ਹੰਕਾਰ ਲੈ ਕੇ ਬੈਠੇ ਜੋ, ਸੋ ਠੀਕ ਹੈ, ਤੁਹਾਡੀ ਕੋਈ ਐਥਨੀਸਿਟੀ ਹੈਗੀ ਆ, ਤੁਸੀਂ ਉਹਨੂੰ ਸੈਲੀਬ੍ਰੇਟ ਕਰੋ, ਪਰ ਉਹਦੇ ਨਾਂ 'ਤੇ ਡਿਸਕ੍ਰਿਮੀਨੇਸ਼ਨ ਨਾ ਕਰੋ। ਸਿੱਖੀ 'ਚ ਆ ਕੇ ਸਭ ਬਰਾਬਰ ਹੋ ਜਾਂਦੇ ਨੇ, ਤੁਸੀਂ ਆਪਣੀ ਪਛਾਣ ਕਾਇਮ ਰੱਖੋ, ਪਰ ਸਭ ਬਰਾਬਰ ਹੋ ਜਾਂਦੇ ਨੇ। ਅੰਮ੍ਰਿਤ ਛਕ ਕੇ ਖੰਡੇ ਬਾਟੇ ਦੇ ਪਹੁਲ ਛਕ ਕੇ ਕੁੱਲ ਨਾਸ ਬੰਸ ਨਾਸ ਜਾਤ ਸਭ ਕੁਝ ਨਾਸ਼ ਹੋ ਜਾਂਦਾ। ਫਿਰ ਤੁਸੀਂ ਕੇਵਲ ਗੁਰੂ ਗੋਬਿੰਦ ਪਾਤਸ਼ਾਹ ਦੇ ਪੁੱਤਰ ਬਣ ਜਾਂਦੇ ਜੋ, ਅਤੇ ਉਹਦੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਂ ਕਹਿੰਦੇ ਜੋ। ਅਤੇ ਜਿਹੜਾ ਬੰਦਾ ਵੀ ਇਹਦੇ ਉਲਟ ਚੱਲਦਾ ਉਹ ਗੁਰੂ ਦੇ ਉਲਟ ਚੱਲਦਾ। ਸੋ ਜੇ ਕਿਸੇ ਜਗ੍ਹਾ ਦੇ ਉੱਤੇ ਇਹਦੇ ਉਲਟ ਕੰਮ ਚੱਲ ਰਿਹਾ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇ, ਅੰਮ੍ਰਿਤ ਦਾ ਬਾਟਾ ਇੱਕ ਕੀਤਾ ਜਾਵੇ। ਬਾਕੀ ਜਿਹੜੇ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਪ੍ਰਾਪੋਗੰਡਾ ਕਰ ਰਹੀਆਂ ਨੇ, ਵਿਤਕਰੇ ਨੇ, ਆਮ ਗੁਰੂ ਘਰਾਂ 'ਚ ਤੁਸੀਂ ਵੀ ਜਾਂਦੇ ਜੋ, ਹਜ਼ਾਰਾਂ ਗੁਰੂ ਘਰਾਂ 'ਚ, ਕਦੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਹਾਡੀ ਜਾਤ ਕੀ ਹੈ, ਨਾ ਲੰਗਰ 'ਚ ਬੈਠਿਆਂ ਪੁੱਛਦਾ ਕੋਈ। ਇਹ ਜ਼ਿਆਦਾਤਰ ਪ੍ਰਾਪੋਗੰਡਾ ਹੀ ਹੈ। ਕੋਈ ਡੇਰਾ ਜਿਹੜਾ ਗੁਰਮਰਿਆਦਾ ਦੇ ਨਾਲ ਨਹੀਂ ਚੱਲ ਰਿਹਾ, ਉਹਨਾਂ ਦੀ ਆਪਣੀ ਮਰਿਆਦਾ ਹੈ, ਉੱਥੇ ਹੋ ਸਕਦਾ ਇਹੋ ਜਿਹਾ ਕੰਮ ਹੋਵੇ, ਹੈ ਨਾ। ਉਹਦਾ ਸਿੱਖ ਵਿਰੋਧ ਵੀ ਕਰਦੇ ਨੇ। ਪਰ ਸਵਾਲ ਇਹ ਹੈ ਵੀ ਇਸ ਗੱਲ ਨੂੰ ਜਨਰਲਾਈਜ਼ ਕਰਨਾ ਇਹ ਬੜਾ ਨੁਕਸਾਨਦਾਇਕ ਫੈਨੋਮੇਨਾ ਇਹ ਵਾਪਰ ਰਿਹਾ ਹੈ। ਇਹਦੇ ਨਾਲ ਦੋਵਾਂ ਤਰ੍ਹਾਂ 'ਚ ਟਕਰਾਅ ਪੈਦਾ ਕੀਤਾ ਜਾ ਰਿਹਾ। ਸੋ ਇੰਨੀ ਕੁ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਦੋਂ ਵੀ ਜਾਤ ਪਾਤ ਦੇ ਮਸਲੇ 'ਤੇ ਗੱਲ ਕਰਨੀ ਹੈ, ਡਾਟਾ ਵੀ ਦੇਖਣਾ, ਫੈਕਟਸ ਵੀ ਚੈੱਕ ਕਰਨੇ ਆ, ਇਹ ਫੈਨੋਮੇਨਾ ਕਿੱਡੇ ਵੱਡੇ ਪੱਧਰ 'ਤੇ ਵਾਪਰਿਆ ਇਹ ਵੀ ਵੇਖਣਾ ਹੈ। ਬਾਬਾ ਰਾਜਾ ਰਾਜ ਸਿੰਘ ਪਿਛਲੇ ਸਮੇਂ ਦੇ ਦਰਮਿਆਨ ਡਾਟਾ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ 2 ਵਾਰ ਜਾ ਚੁੱਕੇ ਨੇ, ਔਰ ਮਾਝੇ ਦੀਆਂ 2 ਬਹੁਤ ਵੱਡੀਆਂ ਜਥੇਬੰਦੀਆਂ ਨੇ, ਮੈਂ ਉਹਨਾਂ ਦੇ ਨਾਮ ਤੇ ਨਹੀਂ ਲਵਾਂਗਾ, ਪਰ ਉਹਨਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾਏ ਗਏ ਨੇ, ਇੱਥੋਂ ਤੱਕ ਕਿ ਜਥੇਦਾਰ ਸਾਹਿਬ ਵੀ ਉਹਨਾਂ ਨੂੰ ਤਲਬ ਨਹੀਂ ਕਰ ਸਕੇ ਅਜੇ ਤੱਕ। ਨਹੀਂ, ਉਹ ਪੰਥਕ ਇਕੱਤਰਤਾ ਸੱਦ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕਈ ਵਾਰ ਕੀ ਹੁੰਦਾ, ਗੱਲਬਾਤ ਨਾਲ ਮਸਲੇ ਹੱਲ ਹੋ ਜਾਂਦੇ ਆ। ਸੋ ਇਹ ਜ਼ਰੂਰੀ ਹੈ, ਜਿਹੜੇ ਇਹੋ ਜਿਹੇ ਮਸਲੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ। ਪਰ ਜਿਹੜੇ ਗਰੀਬ ਸਿੱਖ ਨੇ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ, ਜਿਹੜੇ ਮੈਂ ਪਛੜੀ ਸ਼੍ਰੇਣੀ ਜਾਂ ਪਛੜੀ ਜਾਤ ਨਹੀਂ ਕਹੂੰਗਾ, ਕਿਉਂਕਿ ਸਿੱਖਾਂ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ। ਸੋ ਕਾਲਡ SC ਜਿਹੜੇ ਐਕਟ ਹੈ, ਜਿਹੜੇ ਉਸ ਧਿਰ 'ਚੋਂ ਨੇ, ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਵੇਖਣਾ ਚਾਹੀਦਾ। ਜੇ ਕੋਈ ਕਹਿੰਦਾ ਵੀ ਅਸੀਂ ਜਾਤ ਕਰਕੇ ਬਣ ਗਏ ਹਾਂ, ਆਪਣਾ ਈਸਾਈ ਬਣ ਰਹੇ ਹਾਂ, ਵੀ ਸਾਡੇ ਨਾਲ ਵਿਤਕਰਾ ਹੁੰਦਾ ਹੈ, ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਸੇ ਵੀ ਜਾਤ 'ਚੋਂ ਬਣ ਸਕਦਾ ਹੈ। ਅੱਜ ਵੀ ਬਣੇ ਹੋਏ ਨੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਵੀ ਬਣ ਸਕਦਾ, ਕਿਸੇ ਵੀ ਜਾਤ 'ਚੋਂ ਬਣ ਸਕਦਾ, ਅੱਜ ਵੀ ਬਣੇ ਹੋਏ ਨੇ। ਜਿਹੜੇ ਧਰਮ ਨੂੰ ਅਪਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦਾ ਪੋਪ ਵਾਈਟ ਕ੍ਰਿਸਚਨ ਹੈ, ਕੋਈ ਬਲੈਕ ਜਾਂ ਬਰਾਊਨ ਕ੍ਰਿਸਚਨ ਅਗਲੇ 200 ਸਾਲ ਤੱਕ ਨਹੀਂ ਬਣ ਸਕਦਾ। ਸੋ ਡਿਸਕ੍ਰਿਮੀਨੇਸ਼ਨ ਤਾਂ ਹਰ ਥਾਂ 'ਤੇ ਹੈਗਾ। ਪਰ ਇਹ ਵੇਖੀਏ ਵੀ ਸਾਡੀਆਂ ਸੁਪਰੀਮ ਸੰਸਥਾਵਾਂ ਬੇਸ਼ੱਕ ਉਹ ਸਟੇਟ ਦੇ ਇਨਫਲੂਐਂਸ 'ਚ ਚੱਲਦੀਆਂ, ਉੱਥੇ ਵੀ ਅਜੇ ਡਿਸਕ੍ਰਿਮੀਨੇਸ਼ਨ ਨਹੀਂ ਆਇਆ। ਦਰਬਾਰ ਸਾਹਿਬ ਜਾਂਦੇ ਨੇ, ਲੱਖਾਂ ਲੋਕ ਜਾਂਦੇ ਨੇ, ਕੌਣ ਵਿਤਕਰਾ ਕਰਦਾ? ਕਈ ਵਾਰ ਕੀ ਹੁੰਦਾ, ਜਦੋਂ ਸਟਰਕਚਰ ਬਹੁਤ ਜ਼ਿਆਦਾ ਫੈਲੇ ਹੋਣ ਨਾ, ਤੇ ਇੱਕ ਸਟੇਟ ਦਾ ਕੰਟਰੋਲ ਨਾ ਹੋਵੇ ਚੀਜ਼ਾਂ ਦੇ ਉੱਤੇ। ਹੁਣ ਅਸੀਂ ਤਾਂ ਲਾਅ ਤੇ ਇੰਡੀਅਨ ਸਟੇਟ ਕੋਈ ਹੈ ਨਾ, ਉਹ ਜਾਤ ਪਾਤ ਨੂੰ ਖਤਮ ਕਰ ਦੇਣ।
ਜੇ ਸਿੱਖਾਂ ਕੋਲ ਲਾ ਹੋਵੇ ਤਾਂ ਅਸੀਂ ਖਤਮ ਕਰ ਦਈਏ ਸਵੇਰੇ ਜਾਤ-ਪਾਤ ਨੂੰ। ਸਕੂਲਾਂ ਦੇ ਵਿੱਚ, ਕੋਟਿਆਂ ਦੇ ਵਿੱਚ, ਸਾਰਾ ਇੰਡੀਅਨ ਸਟੇਟ ਦੇ ਕਨਸਟੀਟਿਊਸ਼ਨ 'ਚ ਜਾਤ-ਪਾਤ ਪਈ ਹੈ। ਸੋ ਉਹ ਤਾਂ ਉਹਨਾਂ ਦੇ ਹੱਥ ਵਾਸ ਹੈ। ਅਸੀਂ ਪਾਵਰਲੈਸ ਕੌਮ ਹੈ, ਅਸੀਂ ਤਾਂ ਆਪਣੀ ਸਰਵਾਈਵਲ ਲਈ ਲੜ ਰਹੇ ਹਾਂ। ਸਾਨੂੰ ਇਹ ਕੋਈ ਉਮੀਦ ਕਰੇ ਵੀ ਅਸੀਂ ਕੋਈ ਸਟਰਕਚਰ ਖੜਾ ਕਰ ਦਈਏ ਜਿਸ 'ਚ ਜਾਤ-ਪਾਤ ਨਾ ਹੋਵੇ। ਅਸੀਂ ਚਾਹੁੰਦੇ ਹਾਂ, ਇਹ ਸਾਡਾ ਡਰੀਮ ਹੈ ਵੀ ਜਾਤ-ਪਾਤ ਨਹੀਂ ਹੋਣੀ ਚਾਹੀਦੀ, ਇਹਦੀ ਡਿਸਕ੍ਰਿਮੀਨੇਸ਼ਨ ਬੰਦ ਹੋਣੀ ਚਾਹੀਦੀ ਹੈ। ਪਰ ਉਹ ਸਾਡੇ ਕੋਲ ਪਾਵਰ ਨਹੀਂ, ਜਿਹਦੇ ਕੋਲ ਹੈਗੀ ਆ ਉਹ ਮਤਲਬ ਉਹ ਇਲਜ਼ਾਮ ਸਾਡੇ 'ਤੇ ਲਾਈ ਜਾਂਦੇ ਨੇ ਸਿੱਖਾਂ ਦੇ। ਹਾਲੇ ਪੰਜਾਬ 'ਚ ਕਿਉਂ ਘੱਟ ਆ ਜਾਤ-ਪਾਤ? ਪੰਜਾਬ 'ਚ ਸਿੱਖੀ ਕਰਕੇ ਹੀ ਘੱਟ ਹੈ ਨਾ, ਨਹੀਂ ਤਾਂ ਪੰਜਾਬ ਤੋਂ ਬਾਹਰ ਜਾ ਕੇ ਦੇਖੋ ਤੁਸੀਂ, ਲੋਕਾਂ ਨੂੰ ਪਾਣੀ ਪੀਣ ਕਰਕੇ ਕਤਲ ਕਰਤਾ ਜਾਂਦਾ। ਇੱਥੇ ਤੇ ਜਦੋਂ ਤੁਸੀਂ ਲੰਗਰ ਛਕਦੇ ਜੋ ਪੰਗਤ 'ਚ ਬੈਠ, ਸਾਰੀ ਤਰ੍ਹਾਂ ਬਰਾਬਰ ਬੈਠਦੀਆਂ, ਸਾਰੇ ਮਤਲਬ ਉਸ ਲੰਗਰ ਛਕਦੇ ਨੇ, ਜਲ ਪੀਂਦੇ ਨੇ ਇੱਕੋ ਥਾਂ ਦੇ ਉੱਤੇ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਜਿੱਥੇ ਹੈਗਾ ਉੱਥੇ ਸਿੱਖ ਵਿਰੋਧ ਕਰਦੇ ਨੇ, ਪਰ ਸਿੱਖਾਂ ਦੇ ਕੋਲ ਵਿਰੋਧ ਕਰਨ ਤੋਂ ਇਲਾਵਾ ਕੋਈ ਹੋਰ ਪਾਵਰ ਨਹੀਂ ਹੈਗੀ ਜਿਹੜੀ ਉਹਨੂੰ ਰੋਕ ਸਕਣ। ਬਹੁਤੇ ਡੇਰੇਦਾਰ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰ ਦੀ ਸ਼ੈ ਹੁੰਦੀ। ਇਹ ਗੱਲ ਦਾ ਤੁਹਾਨੂੰ ਵੀ ਪਤਾ ਹੈ ਕਿ ਉੱਥੇ ਜੇ ਸਿੱਖ ਵਿਰੋਧ ਕਰਨ ਜਾਣ ਤੇ ਟਕਰਾਅ ਦੀ ਸਥਿਤੀ ਬਣਦੀ, ਫਿਰ ਦੋਸ਼ ਫਿਰ ਸਿੱਖਾਂ ਦੇ ਉੱਤੇ ਆਉਂਦਾ ਕਿ ਇਹ ਵਾਇਲੈਂਸ ਕਰ ਰਹੇ ਨੇ। ਪੰਜਾਬ ਦੇ ਅੰਦਰ 2015 ਤੋਂ ਲੈ ਕੇ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ, ਤਾਂ ਸਿੱਖਾਂ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਰਜਾ ਹੈ ਉਹ ਇੱਕ ਜਾਗਤ ਜੋਤ ਵਾਲਾ ਹੈ। ਤਾਂ ਜਦੋਂ ਪੰਜਾਬ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਵਾਪਰਨਗੀਆਂ, ਜਿਸ ਜਗ੍ਹਾ ਨੂੰ ਸਿੱਖਾਂ ਦਾ ਗੜ੍ਹ ਮੰਨਿਆ ਜਾਂਦਾ, ਤਾਂ ਫਿਰ ਹੋਰ ਇਲਾਕਿਆਂ ਤੋਂ ਕੀ ਤਗਾਜ਼ਾ ਲਾਇਆ ਜਾ ਸਕਦਾ ਹੈ? ਨਹੀਂ ਦੇਖੋ, ਇਹ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਹੁੰਦੀ ਹੈ। ਜਿੱਥੇ ਤੁਹਾਡਾ ਇਸ਼ਟ ਅਤੇ ਤੁਹਾਡੀ ਇਸ਼ਟ ਦੀ ਸਭ ਤੋਂ ਪਵਿੱਤਰ ਚੀਜ਼ ਜਿਹੜੀ ਹੈ, ਪਵਿੱਤਰ ਜਿਹੜਾ ਗੁਰੂ ਸਾਹਿਬ ਨੇ, ਉਹਨਾਂ ਦੀ ਬੇਅਦਬੀ ਕੀਤੀ ਜਾਵੇ, ਇਹ ਗੁਲਾਮੀ ਦੀ ਸਭ ਤੋਂ ਗਹਿਰੀ ਨਿਸ਼ਾਨੀ ਹੈ। ਕਈ ਵਾਰ ਕੌਮਾਂ ਦੇ ਉੱਤੇ ਵਾਇਲੈਂਸ, ਜੈਨੋਸਾਈਡਲ ਵਾਇਲੈਂਸ ਤੋਂ ਵੀ ਵੱਡੀ ਵਾਇਲੈਂਸ ਇਹ ਹੈ। ਇਹ ਇਕੱਲੀ 2015 'ਚ ਪ੍ਰਤੱਖ ਹੋਈ ਹੈ, ਪਰ 47 ਤੋਂ ਬਾਅਦ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ। ਸਰਕਾਰ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ? ਸਰਕਾਰ, ਇਹ ਸਟੇਟ ਦੀ ਪਾਲਿਸੀ ਦੇ ਤਹਿਤ ਸਭ ਕੁਝ ਹੋ ਰਿਹਾ। ਸਿੱਖਾਂ ਦਾ ਪਿਆਰ ਪ੍ਰੇਮ ਗੁਰੂ ਨਾਲੋਂ ਤੋੜਨਾ ਹੈ। ਪਹਿਲੀ ਵਾਰ ਬੇਅਦਬੀ ਹੋਈ, ਸਿੱਖ ਬਹੁਤ ਸੜਕਾਂ 'ਤੇ ਆਏ, ਹੁਣ ਆਮ ਗੱਲ ਹੋ ਗਈ ਸਿੱਖਾਂ ਵਾਸਤੇ। ਸੋ ਸਿੱਖਾਂ ਨੇ ਜਿਹੜੀ ਵਾਇਲੈਂਸ ਹੋ ਰਹੀ ਹੈ ਗੁਰੂ ਸਾਹਿਬ ਦੇ ਉੱਪਰ, ਉਹਨੂੰ ਨਾਰਮਲਾਈਜ਼ ਕਰ ਲਿਆ ਆਪਣੇ ਮਨਾਂ ਦੇ ਵਿੱਚ। ਸਰਕਾਰ ਦਾ ਇਹੋ ਪਲਾਨ ਸੀ, ਕਿਉਂਕਿ ਸਰਕਾਰਾਂ ਨੇ ਇਹ ਸੋਚ ਲਿਆ ਵੀ ਜਿੰਨਾ ਚਿਰ ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਅਟੁੱਟ ਵਿਸ਼ਵਾਸ, ਉਹਨਾਂ ਚਿਰ ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ। ਹੁਣ ਸਿੱਖਾਂ ਨੂੰ ਜਦੋਂ ਵਿਸ਼ਵਾਸ ਡੋਲਦਾ ਹੈ, ਜਦੋਂ ਸਿੱਖ ਗੁਰੂ ਨੂੰ ਪ੍ਰਤੱਖ ਹਾਜ਼ਰ ਨਾਲ, ਜੇ ਗੁਰੂ ਨਹੀਂ ਮੰਨਦੇ, ਕਿਉਂਕਿ ਤਾਂ ਹੀ ਅਸੀਂ ਰੌਲਾ ਨਹੀਂ ਪਾਉਂਦੇ। ਹਾਜ਼ਰ ਗੁਰੂ ਨਾ ਮੰਨਣ ਕਰਕੇ ਹੀ ਸਿੱਖਾਂ ਦਾ ਉਹਨਾਂ ਦਾ ਮਕਸਦ ਹੀ ਇਹ ਸੀ ਵੀ ਸਿੱਖ ਇਹਨੂੰ ਸਿਰਫ ਇੱਕ ਕਿਤਾਬ ਤੱਕ ਸੀਮਿਤ ਕਰ ਲੈਣ, ਇੱਕ ਗਿਆਨ ਦੇ ਸੋਮੇ ਤੱਕ ਸੀਮਿਤ ਕਰ ਲੈਣ, ਇਹਨੂੰ ਹਾਜ਼ਰ ਗੁਰੂ ਨਾ ਮੰਨਣ। ਉਹ ਕਿਸੇ ਹੱਦ ਤੱਕ ਕਾਮਯਾਬੀ ਹੋਏ, ਪਰ ਮਹਾਰਾਜ ਕਿਰਪਾ ਕਰਨਗੇ। ਕਈ ਵਾਰ ਮਹਾਰਾਜ ਦੇ ਹੁਕਮਾਂ 'ਚ ਹੀ ਸਭ ਕੁਝ ਹੁੰਦਾ ਹੈ, ਤਾਂ ਜੋ ਸਿੱਖ ਅਹਿਸਾਸ ਕਰ ਸਕਣ ਵੀ ਗੁਲਾਮੀ ਕਿੰਨੀ ਪਿਆਰੀ। ਪੰਜਾਬ ਦੇ ਨੌਜਵਾਨਾਂ ਵਾਸਤੇ ਸੁਨੇਹਾ ਕੀ ਲੈ? ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਸੁਨੇਹਾ ਵੀ ਤੁਸੀਂ ਗੁਰੂ ਕੇ ਲੜ ਲੱਗਣਾ। ਅਸੀਂ ਸਾਰਿਆਂ ਨੇ ਗੁਰਬਾਣੀ ਨਾਲ ਜੁੜਨਾ, ਨਸ਼ੇ ਤਿਆਗਣੇ ਨੇ, ਅਤੇ ਸਮਾਜ ਦੀਆਂ ਸਾਰੀਆਂ ਕੁਰੀਤੀਆਂ ਦਾ ਵਿਰੋਧ ਕਰਨਾ ਹੈ। ਇਹ ਪਛਾਣ ਕਰਨੀ ਹੈ ਵੀ ਸਾਡੀ ਕੌਮ ਗੁਲਾਮ ਹੈ, ਅਤੇ ਗੁਲਾਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹ ਪ੍ਰਤੱਖ ਨੇ। ਗੁਰੂ ਦੀ ਬੇਅਦਬੀ ਸਭ ਤੋਂ ਵੱਡੀ ਨਿਸ਼ਾਨੀ ਹੈ ਗੁਲਾਮੀ ਦੀ। ਇਹ ਸਾਰਾ ਕੁਝ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੁਰੂ ਦੇ ਚਰਨਾਂ 'ਚ ਸੀਸ ਅਰਪਣ ਕਰਨਾ ਹੈ ਵੀ ਮਹਾਰਾਜ ਸਾਡੇ ਕੋਲ ਸੇਵਾ ਲੈਣ। ਮਹਾਰਾਜ ਦੇ ਅੱਗੇ ਜਦੋਂ ਅਸੀਂ ਸੀਸ ਅਰਪਣ ਕਰਾਂਗੇ ਉਹਦੇ ਚਰਨਾਂ ਦੇ ਵਿੱਚ, ਉਹ ਫਿਰ ਸਾਡੇ ਕੋਲ ਸੇਵਾ ਵੀ ਲੈਣਗੇ। ਪਹਿਲਾਂ ਤਾਂ ਅਸੀਂ ਜਿਹੜਾ ਮਕਸਦ ਘੁੰਮਦਾ ਸਾਨੂੰ ਸਿੱਖੀ ਨਾਲ ਤੋੜਨ ਦਾ, ਅਸੀਂ ਸਿੱਖੀ ਨਾਲ ਜੁੜੀਏ। ਆਜ਼ਾਦੀ ਸਾਡਾ ਇੱਕ ਸੰਘਰਸ਼ ਹੈ, ਉਹਨੂੰ ਲੜਦੇ ਰਹੀਏ। ਮਤਲਬ ਉਹਦੇ ਰਾਹ 'ਚ ਜਿਹੜੇ ਨਾ ਕਈ ਪੜਾਅ ਆਉਂਦੇ ਨੇ, ਉੱਥੇ ਰੁਕ ਕੇ ਆਰਾਮ ਨਾ ਕਰੀਏ। ਕਈ ਵਾਰ ਕੀ ਹੁੰਦਾ ਵੀ ਛੋਟੀ ਛੋਟੀ ਅਚੀਵਮੈਂਟ ਨੂੰ ਅਸੀਂ ਏਡਾ ਵੱਡਾ ਮੰਨ ਲੈਂਦੇ ਹਾਂ ਵੀ ਅਸੀਂ ਭੁੱਲ ਜਾਂਦੇ ਵੀ ਸਾਡਾ ਪੈਂਡਾ ਬਹੁਤ ਲੰਮਾ ਹੈ। ਸੋ ਨੌਜਵਾਨਾਂ ਨੂੰ ਅਪੀਲ ਹੈ ਵੀ ਅੰਮ੍ਰਿਤ ਛਕਣਾ ਜਥੇ ਦੇ ਰੂਪ ਦੇ ਵਿੱਚ। ਜਿਹੜਾ ਵੀ ਨੌਜਵਾਨ ਅੰਮ੍ਰਿਤ ਛਕਣਾ ਚਾਹੁੰਦਾ ਉਹ ਸੰਪਰਕ ਕਰ ਲਏ ਸਾਡੇ ਨਾਲ। ਪਰ ਅੰਮ੍ਰਿਤ ਇਹ ਨਹੀਂ ਹੈਗਾ ਵੀ ਤੁਸੀਂ ਛਕ ਕੇ ਅਤੇ ਬਾਅਦ 'ਚ ਜਿਹੜਾ ਵਾ ਕਿੱਲੀ ਦੇ ਗਾਤਰਾ ਟੰਗ ਕੇ ਅਤੇ ਪੁਲਿਸ ਦੇ ਕੰਮ ਕਰਦੇ ਫਿਰੋ। ਜੇ ਨਿਭਾਉਣਾ ਹੈ, ਜੇ ਸਿਰ ਦੇਣਾ ਹੈ ਗੁਰੂ ਨੂੰ, ਪੰਜ ਪਿਆਰਿਆਂ ਨੇ ਪੁੱਛਣਾ ਹੈ ਤੁਹਾਨੂੰ ਵੀ ਜੇ ਧਰਮ ਦੀ ਖਾਤਰ ਸਿਰ ਦੇਣਾ ਪਿਆ ਤਾਂ ਦੇਵੇਗਾ, ਅਤੇ ਜਵਾਬ ਦੇਣਾ ਹਾਂ। ਉੱਥੇ ਜਿਹੜਾ ਹਾਂ ਕਹਿਣਾ ਇਹ ਪ੍ਰਤੱਖ ਜਾਣ ਕੇ ਕਹਿਣਾ ਵੀ ਪੰਜ ਪਿਆਰੇ ਗੁਰੂ ਰੂਪ ਨੇ, ਕਿਉਂਕਿ ਉਹ ਗੁਰੂ ਰੂਪ ਹੁੰਦੇ ਨੇ। ਗੁਰੂ ਸਾਹਿਬ ਨੇ ਆਪ ਅੰਮ੍ਰਿਤ ਛਕਿਆ। ਸੋ ਉੱਥੇ ਝੂਠ ਨਹੀਂ ਬੋਲਣਾ। ਜਿਹਨੇ ਸੱਚ ਬੋਲਣਾ ਹੈ, ਜਿਹਨੇ ਪੰਥ ਲਈ ਕੁਛ ਕਰਨਾ ਹੈ, ਉਹ ਆਪਣਾ ਜਿਹੜਾ ਵਾ ਉਹ ਆ ਜਾਵੇ ਜਥੇ ਦੇ ਰੂਪ ਦੇ ਵਿੱਚ। ਅੰਮ੍ਰਿਤ ਛਕਾਂਗੇ, ਉਹਦੇ ਤੋਂ ਬਾਅਦ 'ਚ ਜਿਹੜਾ ਵਾ ਪੰਜਾਬ ਦੇ ਹੱਕਾਂ ਲਈ ਸੰਘਰਸ਼ ਵੀ ਕਰਾਂਗੇ। ਪੰਜਾਬ ਦੇ ਲਈ ਸਾਨੂੰ ਜੋ ਕੁਛ ਵੀ ਕਰਨਾ ਪਿਆ ਉਹ ਕਰਾਂਗੇ, ਕਿਉਂਕਿ ਪੰਜਾਬ ਸਾਡੀ ਮਿੱਟੀ ਹੈ। ਇਹ ਗੁਰੂਆਂ ਨੇ ਇੱਥੇ ਚਰਨ ਪਾਏ ਨੇ, ਇਹ ਧਰਤੀ ਉਹਨਾਂ ਦੇ ਚਰਨਾਂ ਨਾਲ ਪਵਿੱਤਰ ਹੋਈ। ਸੰਘਰਸ਼ ਸ਼ਾਂਤਮਈ ਰਹੇਗਾ? ਨਹੀਂ, ਅਸੀਂ ਤਾਂ ਸ਼ਾਂਤਮਈ ਰੱਖਾਂਗੇ, ਤੇ ਸਰਕਾਰਾਂ ਨੇ ਵਾਇਲੈਂਸ ਕਰਨਾ ਹੁੰਦਾ ਨਾ। ਅਸੀਂ ਤਾਂ ਕਿਸੇ ਨੂੰ ਨਹੀਂ ਮਤਲਬ ਕਿ ਵਾਇਲੈਂਸ ਕਰਦੇ ਕਿਸੇ 'ਤੇ, ਪਰ ਜੇ ਸਰਕਾਰਾਂ ਸਾਡੇ 'ਤੇ ਵਾਇਲੈਂਸ ਕਰਨਗੀਆਂ ਅਤੇ ਫਿਰ ਸਾਨੂੰ ਆਪਣਾ ਬਚਾਅ ਤਾਂ ਕਰਨਾ ਪਊਗਾ ਕਿਸੇ ਪੱਖ ਤੋਂ। ਮਤਲਬ ਮਹਾਰਾਜ ਨੇ ਕਿਹਾ ਨਾ, ਜੱਬੇ ਬਾਣ ਲੱਗ ਗਿਓ ਤੱਬੇ ਰੋਸ ਜਾਗਿਓ। ਅਸੀਂ ਆਪਣੀ ਕੌਮ 'ਚ ਪ੍ਰਚਾਰ ਕਰਨਾ ਚਾਹੁੰਦੇ, ਅੰਮ੍ਰਿਤ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ, ਬਾਣੀ ਦਾ, ਹੈ ਨਾ।
ਤੇ ਜੇ ਸਾਨੂੰ ਉਹ ਤੋਂ ਵੀ ਰੋਕਿਆ ਜਾਊਗਾ ਤਾਂ ਫਿਰ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਹੋਊਗੀ ਨਾ। ਸੋ ਇਸ ਕਰਕੇ ਇਹ ਤਾਂ ਸਰਕਾਰਾਂ 'ਤੇ ਡਿਪੈਂਡ ਕਰਦਾ ਹੈ। ਵਾਇਲੈਂਸ ਦਾ ਦੋਸ਼ ਸਾਡੇ 'ਤੇ ਨਹੀਂ ਆ ਸਕਦਾ। ਸਾਡੇ ਕੋਲ ਪਾਵਰ ਨਹੀਂ ਹੈਗੀ, ਅਸੀਂ ਰਾਜ ਕਰਨ ਵਾਲੀ ਧਿਰ ਨਹੀਂ ਹੈਗੀ ਵੀ ਸਾਨੂੰ ਕੋਈ ਵਾਇਲੈਂਸ ਦਾ ਦੋਸ਼ੀ ਬਣਾਊਗਾ। ਇਹ ਕਰੂਗੀ ਤਾਂ ਸਰਕਾਰ ਕਰੂਗੀ, ਅਸੀਂ ਤਾਂ ਕਰਦੇ ਨਹੀਂ ਕਿਸੇ ਨਾ। ਅਸੀਂ ਕਹਿੰਦੇ ਹਾਂ ਵੀ ਕਰੋ। ਪੰਜਾਬ ਅਤੇ ਪੰਥ ਦੇ तमाम ਸਵਾਲਾਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇੱਕ ਵਿਸ਼ੇਸ਼ ਤੌਰ ਤੇ ਗੱਲ ਇਹ ਰਹਿ ਜਾਂਦੀ ਹੈ ਕਿ ਹੁਣ ਨੌਜਵਾਨਾਂ ਦੇ ਵਿੱਚ ਇਕੱਤਰਤਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਪਰ ਜਿਹੜੇ ਮੁੱਖ ਮੁੱਦੇ ਰਹਿਣਗੇ ਉਹ ਪੰਜਾਬ ਦੇ ਨਾਲ, ਪੰਥ ਦੇ ਨਾਲ, ਔਰ ਜਿਹੜੀਆਂ ਸਿੱਖ ਸਮਾਜ ਦੇ ਵਿੱਚ ਕੁਝ ਭੈੜੇ ਲੋਕਾਂ ਵੱਲੋਂ ਕੁਰੀਤੀਆਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਦੀਆਂ ਸਖਤ ਰੂਪ ਦੇ ਵਿੱਚ ਵਿਰੋਧਤਾ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,